श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए दिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम वाहिगुरु साहिब जी। सुनत नानके बोली तबੈ। हृदय विचार करहु तुम सब। चैन काल को चाहत रहते। बड़े गुरन सो बिनती कहते। चिरं काल को चाहत रहते। बड़े गुरन सो बिनती कहते। वाहिगुरु जी का खालसा वाहिगुरु जी की फतेह। धन धन सतगुरु श्री गुरु ग्रंथ ਸਾਹਿਬ महाराज ਦੀ परम पवित्र हजूरी अंदर नवें पातशाह शहीद सतगुरु धर्म रखियक शांत स्वरूप श्री गुरु तेग बहादुर ਸਾਹਿਬ महाराज जी ਦੇ परम पवित्र तप अस्थान गुरुद्वारा श्री ਭੋਰਾ ਸਾਹਿਬ ਜੀ ਵਿਖੇ दिन ਦੇ ਪਿਛਲੇ ਪਹਿਰ ਦੇ ਵਿੱਚ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਮਹਾਰਾਜ ਦੇ ਹਜ਼ੂਰ ਆਨੰਦ ਮਾਣ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਹਿਤ ਸਤਿਗੁਰਾਂ ਦੇ ਅਸਥਾਨਾਂ ਦੀ ਯਾਤਰਾ ਕਰਕੇ ਮਹਾਰਾਜ ਦੇ ਅਸਥਾਨਾਂ 'ਤੇ ਹਾਜ਼ਰੀ ਭਰ ਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਇਹ ਜੀਵਨ ਦੇ ਸੁਨਹਿਰੀ ਪਲ ਹਨ। ਸਭ ਤੋਂ ਅਮੋਲਕ ਸਮਾਂ ਉਹ ਹੁੰਦਾ ਹੈ ਜਿਹੜਾ ਆਪਣੇ ਸਤਿਗੁਰਾਂ ਦੇ ਹਜ਼ੂਰ ਬਤੀਤ ਹੁੰਦਾ ਹੈ ਸਾਡਾ। ਆਓ ਇਸ ਸਮੇਂ ਦਾ ਲਾਭ ਲਈਏ। ਚੱਲ ਰਹੇ ਲੜੀਵਾਰ ਗੁਰ ਇਤਿਹਾਸ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੇ ਸਮੇਂ ਦੀ ਕਥਾ ਚੱਲ ਰਹੀ ਹੈ ਤੇ ਉਸ ਕਥਾ ਦੇ ਦੌਰਾਨ ਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਆਗਮਨ ਦੇ ਪ੍ਰਸੰਗ ਆਏ ਨੇ ਵੀ ਜਿਵੇਂ ਸਤਿਗੁਰੂ ਕਲਗੀਧਰ ਪਟਨੇ ਸ਼ਹਿਰ 'ਚ ਪ੍ਰਗਟ ਹੋਏ। ਜਿੱਥੇ ਹੋਰ ਸਿੱਖ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਉੱਥੇ ਕੜਹਾਮ ਨਗਰ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦਾ ਪਿਛੋਕੜ ਕਰਨਾਲ ਠਸਕੇ ਦੇ ਵਿੱਚ ਹੈ ਤੇ ਕੜਹਾਮ ਆਪਣੇ ਮੁਰਸ਼ਿਦ ਦੇ ਸਥਾਨ 'ਤੇ ਰਹਿੰਦੇ ਉਹ ਫਕੀਰ ਨੂੰ ਭੀਖਣ ਸ਼ਾਹ ਜੀ ਨੂੰ ਅੰਮ੍ਰਿਤ ਵੇਲੇ ਜਿੱਦਣ ਮਹਾਰਾਜ ਦਾ ਆਗਮਨ ਹੋਇਆ ਉਦਣ ਅਨੁਭਵ ਹੋਇਆ ਵੀ ਪੂਰਬ ਵਾਲੇ ਪਾਸੇ ਪਟਨੇ ਵਾਲੇ ਬੰਨੇ ਪਰਮੇਸ਼ਰ ਨੇ ਆਪ ਆਪਣਾ ਅਵਤਾਰ ਲਿਆ ਹੈ। ਮੁਸਲਮਾਨ ਪੱਛਮ ਵੱਲ ਨੂੰ ਮੂੰਹ ਕਰਕੇ ਫੇਰ ਸਜਦਾ ਕਰਦੇ ਨੇ ਪਰ ਇਹਨੇ ਉਦਣ ਕੀ ਕੀਤਾ ਵੀ ਆਪਣੇ ਚੇਲਿਆਂ 'ਚ ਬੈਠਾ ਸੀ ਵੱਖਰਾ ਹੋ ਕੇ ਇਹ ਪੂਰਬ ਵਾਲੇ ਪਾਸੇ ਨੂੰ ਇਹਨੇ ਸਜਦਾ ਕੀਤਾ ਨਮਸਕਾਰ ਕੀਤੀ। ਚੇਲਿਆਂ ਨੇ ਸ਼ੰਕਾ ਕੀਤਾ ਵੀ ਸਾਡੇ ਫਕੀਰ ਨੂੰ ਕੀ ਹੋ ਗਿਆ। ਫਿਰ ਤਾਂ ਬਹੁਤ ਮਰਿਆਦਾ 'ਚ ਚੱਲਦਾ ਪੁੱਛ ਹੀ ਲਿਆ ਕਿ ਪੀਰ ਜੀ ਸਾਰੇ ਹੀ ਆਪਾਂ ਪੱਛਮ ਵੱਲ ਨੂੰ ਨਮਸਕਾਰ ਕਰਦੇ ਹਾਂ
ਤੇ ਜਿਹੜੇ ਸਨਾਤਨੀ ਹਿੰਦੂ ਹਨ ਉਹ ਸਵੇਰੇ ਉੱਠਦਿਆਂ ਸੂਰਜ ਵਾਲੇ ਪਾਸੇ ਪੂਰਬ ਵੱਲ ਨੂੰ ਮੱਥਾ ਟੇਕਦੇ ਨੇ, ਪਰ ਤੁਸੀਂ ਆਪਣੇ ਧਰਮ ਦੀ ਮਰਿਆਦਾ ਛੱਡ ਕੇ ਇੱਧਰ ਨੂੰ ਕਿਉਂ ਨਮਸਕਾਰ ਕੀਤੀ? ਖੁਦਾ ਦਾ ਘਰ ਕਿਉਂ ਛੱਡ ਦਿੱਤਾ? ਉਹਨੂੰ ਪਿੱਠ ਕਿਉਂ ਕੀਤੀ? ਤਾਂ ਸਾਈਂ ਭੀਖਣ ਸ਼ਾਹ ਫਕੀਰ ਕਹਿਣ ਲੱਗੇ, ਕਹਿੰਦੇ ਵੀ ਅੱਗੇ ਮੈਂ ਖੁਦਾ ਦੇ ਘਰ ਨੂੰ ਨਮਸਕਾਰ ਕਰਦਾ ਸਾਂ, ਅੱਜ ਖੁਦਾ ਨੂੰ ਕੀਤੀ ਆ, ਕਿਉਂਕਿ ਖੁਦਾ ਦਾ ਰੂਪ ਆਪ ਪਟਨੇ ਵਿੱਚ ਪ੍ਰਗਟ ਹੋ ਗਿਆ ਹੈ। ਚੇਲਿਆਂ ਦਾ ਸ਼ੰਕਾ ਦੂਰ ਕਰਕੇ ਦਰਸ਼ਨ ਕਰਨ ਦੀ ਭਾਵਨਾ ਨਾਲ ਚੱਲਿਆ। 2 ਸੇਵਕ ਨਾਲ ਲੈ ਲਏ ਜਿਹੜੇ ਸ਼ਰਧਾ ਵਾਲੇ ਸਨ। ਬਾਕੀਆਂ ਨੂੰ ਕਹਿ ਤੁਰਿਆ ਵੀ ਮੈਂ ਵਾਪਸ ਆਵਾਂਗਾ ਜਲਦੀ। ਮੰਜ਼ਲਾਂ ਤੈਅ ਕਰਦੇ ਆ ਪਟਨੇ ਦੀ ਧਰਤੀ ਤੇ ਪਹੁੰਚੇ। ਗੁਰਾਂ ਦੇ ਦੁਆਰੇ ਅੱਗੇ ਆਏ। ਸੰਗਤ ਦੀ ਭੀੜ ਸੀ। ਕੁਝ ਸਮਾਂ ਬੈਠ ਕੇ ਇੱਕ ਪਾਸੇ ਵਹਿੰਦੇ ਰਹੇ। ਸਮਾਂ ਪਾ ਕੇ ਬੇਨਤੀ ਕੀਤੀ ਵੀ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਨੇ। ਬੜੀ ਦੂਰੋਂ ਆਏ ਆ ਮਾਮਾ ਕਿਰਪਾਲ ਚੰਦ ਜੀ। ਉਹ ਘਰ ਵਿੱਚ ਗਏ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਨੂੰ ਦੱਸਿਆ ਵੀ ਮੈਂ ਫਕੀਰ ਆਇਆ, ਕੋਈ ਦਰਸ਼ਨ ਕਰਨੇ ਚਾਹੁੰਦਾ। ਉਹਨਾਂ ਮਨਾ ਕਰਤਾ। ਸ਼ੰਕਾ ਜਿਹਾ ਕੀਤਾ ਵੀ ਪਤਾ ਨਹੀਂ ਕੀ ਕਾਰਨ ਹੈ, ਵੀ ਗੁਰੂ ਤੇਗ ਬਹਾਦਰ ਸਾਹਿਬ ਵੀ ਨਹੀਂ ਘਰੇ। ਇੱਕ ਤਾਂ ਉਹ ਔਰੰਗਜ਼ੇਬ ਲੱਗਦਾ ਗੁਰੂ ਘਰ ਦੇ ਨਾਲ, ਉਤੋਂ ਇਹ ਫਕੀਰ ਆਇਆ ਮੁਸਲਮਾਨ। ਪਤਾ ਨਹੀਂ ਫਕੀਰ ਹੈਗਾ ਵੀ ਹੈ ਜਾਂ ਕੋਈ ਹੋਰ ਹੀ ਸੂਈਆ ਸਾਹੀਆ ਫਕੀਰ ਬਣ ਕੇ ਆਇਆ। ਕਹਿੰਦੇ ਉਹਨੂੰ ਮਨਾ ਕਰ ਦਿਓ ਵੀ ਜਦੋਂ ਸਤਿਗੁਰੂ ਆਉਣ ਫੇਰ ਆਵੇ। ਜਾ ਕੇ ਕਿਰਪਾਲ ਚੰਦ ਜੀ ਨੇ ਕਹਿਤਾ ਵੀ ਤੁਸੀਂ ਜਲ ਪਾਣੀ ਛਕੋ, ਪਰ ਫੇਰ ਮੁੜ ਕੇ ਆਇਓ। ਫਕੀਰ ਕਹਿੰਦੇ ਨਾ ਮੁੜ ਕੇ ਨਹੀਂ, ਹੁਣ ਤਾਂ ਅਸੀਂ ਦਰਸ਼ਨ ਕਰਕੇ ਜਾਵਾਂਗੇ। ਕਹਿੰਦੇ ਕੋਈ ਜਲ ਪਾਣੀ ਛਕ ਲਓ। ਤਾਂ ਭੀਖਮ ਸ਼ਾਹ ਫਕੀਰ ਕਹਿੰਦਾ ਵੀ ਜਲ ਪਾਣੀ ਵੀ ਉਹਨਾਂ ਚਿਰ ਨਹੀਂ ਛਕਣਾ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ। ਬੈਠੇ ਰਹੇ। ਦਿਨ ਲੰਘ ਗਿਆ, ਰਾਤ ਆਈ, ਰਾਤ ਵੀ ਉਸੇ ਤਰ੍ਹਾਂ ਲੰਘ ਗਈ। ਸਵੇਰ ਹੋਈ। ਸਿੱਖਾਂ ਨੇ ਕਿਰਪਾਲ ਚੰਦ ਜੀ ਨੇ ਵੇਖਿਆ ਵੀ ਉਹ ਫਕੀਰ ਤਾਂ ਤਿੰਨੇ ਉੱਥੇ ਬੈਠੇ ਹਨ ਸਿਦਕ ਰੱਖ ਕੇ, ਤੇ ਇਹੀ ਬੇਨਤੀਆਂ ਕਰ ਰਹੇ ਨੇ ਵੀ ਮਹਾਰਾਜ ਤੁਸੀਂ ਆਪ ਹੀ ਪ੍ਰੇਰਣਾ ਕਰਕੇ ਇਹਨਾਂ ਨੂੰ ਸਾਡੇ ਤਾਈਂ ਆਪਣੇ ਦਰਸ਼ਨ ਬਖਸ਼ ਦਿਓ। ਇਹਨਾਂ ਦੇ ਦਿਲ ਹੀ ਫੇਰ ਦਿਓ ਵੀ ਇਹ ਤੁਹਾਡੇ ਦਰਸ਼ਨ ਸਾਨੂੰ ਕਰਾ ਦੇਣ। ਤੇ ਕਿਰਪਾਲ ਚੰਦ ਜੀ ਇਹਨਾਂ ਦੇ ਲਾਗੇ ਕੁਝ ਸਮਾਂ ਖਲੋਤੇ। ਫਿਰ ਜਾ ਕੇ ਮਾਤਾਵਾਂ ਨੂੰ ਦੁਬਾਰਾ ਕਿਹਾ ਵੀ ਉਹ ਫਕੀਰ ਦੇ ਦਿਲ ਵਿੱਚ ਕੀ ਇਹ ਤਾਂ ਨਹੀਂ ਮੈਨੂੰ ਪਤਾ, ਪਰ ਉਹਦਾ ਜੋ ਬਾਹਰੋਂ ਸਰੂਪ ਵੇਖ ਕੇ ਤਾਂ ਇਉਂ ਲੱਗਦਾ ਵੀ ਬਹੁਤ ਪ੍ਰੇਮੀ ਹੈ, ਤੇ ਦਰਸ਼ਨ ਕੀਤੇ ਬਿਨਾਂ ਉਹ ਜਾਂਦਾ ਨਹੀਂ, ਤੇ ਸਿਦਕੀ ਹੈ। ਕੱਲ੍ਹ ਦੇ ਆਏ ਆ, ਰਾਤ ਵੀ ਲੰਘ ਗਈ ਹੈ, ਭੋਜਨ ਪ੍ਰਸ਼ਾਦਾ ਉਹਨਾਂ ਕੁਝ ਨਹੀਂ ਛਕਿਆ। ਤੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਨੂੰ ਕਿਰਪਾਲ ਚੰਦ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰ ਲਓ ਜਿਹਦੇ ਨਾਲ ਮੁੜ ਕੇ ਪਛਤਾਉਣਾ ਨਾ ਪਵੇ। ਜੇ ਉਹ ਫਕੀਰ ਜਿਹੜਾ ਹੈ ਭਾਵਨਾ ਰੱਖਦਾ ਉਹਨੂੰ ਦਰਸ਼ਨ ਕਰਾਉਣੇ ਹਨ ਜਾਂ ਨਹੀਂ ਕਰਾਉਣੇ, ਇਹ ਮਾਤਾ ਜੀ ਤੁਹਾਡੇ ਆਪਣੇ ਤੇ ਨਿਰਭਰ ਹੈ। ਮੈਂ ਤਾਂ ਉਹਨੂੰ ਹਟਾਉਂਦਾ ਰਿਹਾ ਵੀ ਤੂੰ ਚਲੇ ਜਾ ਫੇਰ ਆ ਜੀ, ਪਰ ਉਹ ਨਹੀਂ ਮੰਨਦਾ। ਇੱਥੋਂ ਤੀਕਰ ਕਥਾ ਆਪਾਂ ਕੱਲ ਸੁਣੀ ਸੀ। ਇਹ ਤੋਂ ਅੱਗੇ ਜਿਵੇਂ ਫਿਰ ਦੁਬਾਰਾ ਮਾਤਾ ਨਾਨਕੀ ਜੀ ਉੱਤਰ ਦਿੰਦੇ ਹਨ। ਫਕੀਰ ਨੂੰ ਦੂਜੀ ਵਾਰ ਮਨਾ ਕਰਨ ਤੋਂ ਵੀ ਜਿਵੇਂ ਉਹ ਨਹੀਂ ਜਾਂਦਾ, ਤੇ ਅਖੀਰ ਜਿਵੇਂ ਉਹ ਪਰਖ ਕਰਨ ਲਈ 2 ਕੁੱਜੀਆਂ ਲੈ ਆਇਆ ਸੀ ਮਠਿਆਈਆਂ ਦੀਆਂ, ਉਹ ਕੁੱਜੀਆਂ ਰੱਖ ਕੇ ਜਿਵੇਂ ਪਰਖ ਕਰਦਾ ਹੈ ਪਾਤਸ਼ਾਹ ਦੇ ਹਜ਼ੂਰ। ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਨੇ ਹਨ। ਆਓ ਸਤਿਗੁਰੂ ਮਹਾਰਾਜ ਬਾਲਾ ਪ੍ਰੀਤਮ ਦੇ ਸਰੂਪ ਦਾ ਧਰੋ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੁਨਤ ਨਾਨਕੀ ਬੋਲੀ ਤਬੈ। ਜਦੋਂ ਨੂੰ ਸਾਧ ਸੰਗਤ ਵਾਪਸ ਆ ਕੇ ਕਿਰਪਾਲ ਚੰਦ ਨੇ ਕਿਹਾ ਵੀ ਮਾਤਾਵਾਂ ਨੂੰ ਵੀ ਉਹ ਤੇ ਨਹੀਂ ਮੰਨਦਾ ਫਕੀਰ, ਰਾਤ ਵੀ ਬੈਠੇ ਰਹੇ ਆ ਸਿਦਕ ਰੱਖ ਕੇ, ਉਹ ਤਾਂ ਕਹਿੰਦੇ ਦਰਸ਼ਨ ਕਰਕੇ ਫੇਰ ਹੀ ਜਾਵਾਂਗੇ, ਤੇ ਹੁਣ ਤੁਸੀਂ ਦੱਸੋ ਵੀ ਕਿਵੇਂ ਕਰਨਾ। ਤਾਂ ਕਿਰਪਾਲ ਚੰਦ ਜੀ ਦੇ ਕੋਲੋਂ ਸੁਣ ਕੇ ਜੋ ਮਾਤਾ ਗੁਜਰੀ ਜੀ ਦੇ ਭਰਾਤਾ ਜੀ ਹਨ, ਕਲਗੀਧਰ ਸਾਹਿਬ ਦੇ ਮਾਮਾ ਜੀ, ਸ੍ਰੀ ਮਾਤਾ ਨਾਨਕੀ ਜੀ ਜੋ ਸਭ ਤੋਂ ਵੱਡੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਉਹ ਦੁਬਾਰਾ ਫਿਰ ਕਹਿਣ ਲੱਗੇ ਹਿਰਦੇ ਵਿਚਾਰ ਕਰੋ ਤੁਮ ਸਦਾ। ਮਾਤਾ ਜੀ ਕਹਿੰਦੇ ਹੈ ਕਿਰਪਾਲ ਚੰਦ, ਹੈ ਜਿਹੜੇ ਤੁਸੀਂ ਗੁਰਸਿੱਖ ਬੈਠੇ ਹੋ,
ਤੁਸੀਂ ਆਪ ਹੀ ਆਪਣੇ ਦਿਲ ਵਿੱਚ ਚੰਗੀ ਤਰ੍ਹਾਂ ਵਿਚਾਰ ਕਰੋ ਵੀ ਮੈਂ ਕਿਵੇਂ ਉਹਨੂੰ ਦਾ ਸੋਪਰੇ ਬੰਦੇ ਨੂੰ ਮੈਂ ਆਪਣਾ ਪੁੱਤਰ ਫੜਾ ਦਿਆਂ, ਦਰਸ਼ਨ ਕਰਾ ਦਿਆਂ। चिरंकाल को चाहत रहते ਕਿਉਂਕਿ ਬੜਾ ਲੰਮਾ ਸਮਾਂ ਚਾਹਨਾ ਸੀ ਮੇਰੀ ਵੀ ਪੋਤਰਾ ਖੜਾਵਾਂ, ਮੇਰੇ ਪੁੱਤਰ ਦੇ ਘਰ ਵਿੱਚ ਪੁੱਤਰ ਹੋਵੇ। ਬਹੁਤ ਲੰਮੇ ਸਮੇਂ ਤੋਂ ਵਰਿਆਂ ਗੁਜ਼ਰ ਗਏ ਹਨ, 45 ਵਰਿਆਂ ਦਾ ਮੇਰਾ ਪੁੱਤਰ ਹੋ ਗਿਆ, ਹੁਣ ਜਾ ਕੇ ਇਹ ਮੈਂ ਪੋਤਰਾ ਵੇਖਿਆ ਹੈ। ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰੋ ਵੀ ਜਿਸ ਪੋਤਰੇ ਨੂੰ ਮੈਂ ਇੰਨੇ ਲੰਮੇ ਸਮੇਂ ਤੋਂ ਚਾਹੁੰਦੀ ਸੀ ਵੀ ਪ੍ਰਾਪਤ ਹੋਵੇ। बड़े गुरु सो बिनती कहते ਵੱਡੇ ਸਤਿਗੁਰਾਂ ਦੇ ਅੱਗੇ ਅਰਦਾਸਾਂ ਕਰਦੇ ਰਹਿੰਦੇ ਸਾਂ, ਗੁਰੂ ਨਾਨਕ ਦੇਵ ਮਹਾਰਾਜ ਅੱਗੇ ਬੇਨਤੀਆਂ ਕਰਦੇ ਸਾਂ ਵੀ ਪਾਤਸ਼ਾਹ ਕਿਰਪਾ ਕਰਕੇ ਮੇਰੇ ਪੁੱਤਰ ਨੂੰ ਪੁੱਤਰ ਦੇਵੋ। बार बार हुए निमर आगारे ਵਾਰ-ਵਾਰ ਨਿਮਰ ਹੋ ਕੇ ਝੁਕ ਝੁਕ ਕੇ ਮੱਥੇ ਟੇਕ ਟੇਕ ਨਮਸਕਾਰਾਂ ਕਰ ਕਰਕੇ ਅਰਦਾਸਾਂ ਕੀਤੀਆਂ। ਮਾਂ ਕਹਿੰਦੀ ਮੈਂ जाचन करत पुत्र भुज भारी ਤੇ ਭਾਰੀ ਬਾਹਾਂ ਵਾਲਾ ਪੋਤਰਾ ਮੰਗਦੀ ਸੀ ਵੀ ਮਹਾਰਾਜ ਮੇਰੇ ਘਰ ਦੇ ਵਿੱਚ ਸੋਹਣਾ ਪੋਤਰਾ ਦਿਓ, ਲਾਲ ਖੜਾਵਾਂ ਮੈਂ। इनको पिता शांत धर्मात्म ਤੇ ਫਿਰ ਸ੍ਰੀ ਮਾਤਾ ਨਾਨਕੀ ਜੀ ਕਹਿੰਦੇ ਵੇਖੋ ਇਹ ਇੰਨੇ ਚਿਰ ਬਾਅਦ ਸਾਹਿਬਜ਼ਾਦੇ ਦਾ ਫਿਰ ਜਨਮ ਹੋਇਆ। ਬਾਕੀ ਇਹਨਾਂ ਦੇ ਜੋ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਵੀ ਧਰਮੀ ਆਤਮਾ ਹੈ, ਮਾਨੋ ਧਰਮ ਨੇ ਹੀ ਆਪਣਾ ਸਰੂਪ ਧਾਰਿਆ ਨਵੇਂ ਸਰੂਪ ਅੰਦਰ। कह कह करता पुरख महात्म ਹਾਂ ਜੋ ਮਹਾਤਮ ਕਹਿ ਕਰਤਾ ਪੁਰਖ ਮਹਾਤਮ, ਸ੍ਰੀ ਅਕਾਲ ਪੁਰਖ ਦੀ ਵਡਿਆਈ ਕਰਦੇ ਰਹੇ। ਬਾਬਾ ਬਕਾਲਾ ਸਾਹਿਬ ਉਹਨਾਂ ਚੌਂਕੜਾ ਹੀ ਮਾਰੀ ਰੱਖਿਆ 27 ਸਾਲ ਦੇ ਕਰੀਬ। एक मन होए समाध लगावत ਸ੍ਰੀ ਮਾਤਾ ਨਾਨਕੀ ਜੀ ਕਹਿੰਦੇ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਮਨ ਹੋ ਕੇ ਸਮਾਧੀ ਵਿੱਚ ਲੀਨ ਰਹੇ, ਬੰਦਗੀ ਕਰਦੇ ਰਹੇ। 27 ਸਾਲ ਦਾ ਸਮਾਂ ਬਾਬੇ ਬਕਾਲੇ ਸਾਹਿਬ ਇਕਾਂਤ ਵਿੱਚ ਬਤੀਤ ਕੀਤਾ ਇਹਨਾਂ ਨੇ। पार ब्रह्म परमेश्वर त्यावत ਤੇ ਕਰਦੇ ਕੀ ਸੀ, ਜੋ ਪਾਰਾਵਾਰ ਤੋਂ ਰਹਿਤ ਬ੍ਰਹਮ ਵਿਆਪਕ ਪਰਮੇਸ਼ਰ ਹੈ ਉਹਦੀ ਆਰਾਧਨਾ ਕਰਦੇ ਰਹੇ, ਪਰਮੇਸ਼ਰ ਨੂੰ ਧਿਆਉਂਦੇ ਰਹੇ ਲੰਮਾ ਸਮਾਂ। योग साधना साधत रहे ਕਹਿੰਦੇ ਵੀ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ ਕੇ ਕਈ ਤਰ੍ਹਾਂ ਦੇ ਭਗਤੀ ਰੂਪੀ ਯੋਗ ਦੇ ਸਾਧਨ ਸਾਧਦੇ ਰਹੇ, ਕਮਾਈ ਕਰਦੇ ਰਹੇ। ਸਿਮਰਤ ਨਾਮ ਅਦਿਕ ਗੁਣ ਕਹੇ ਪਰਮੇਸ਼ਰ ਦਾ ਨਾਮ ਸਿਮਰਿਆ, ਸਮਾਧੀ ਵਿੱਚ ਵਾਹਿਗੁਰੂ ਦੇ ਅਨੇਕਾਂ ਗੁਣ ਕਹੇ ਨਾਵੇਂ ਪਾਤਸ਼ਾਹ ਨੇ। ਹਰਿਓ ਪ੍ਰਸੀਦਨ ਪ੍ਰਭੂ ਅਕਾਲ ਤੇ ਮਾਤਾ ਨਾਨਕੀ ਜੀ ਕਹਿੰਦੇ ਐ ਵੀ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਨੇ ਆਪਣੀ ਬੰਦਗੀ ਦੁਆਰਾ ਪਰਮੇਸ਼ਰ ਨੂੰ ਖੁਸ਼ ਕਰ ਲਿਆ ਹੈ। ਕਿਰਪਾਲ ਵਾਹਿਗੁਰੂ ਖੁਸ਼ ਹੋ ਗਿਆ ਇਹਨਾਂ ਉੱਪਰ। ਜਿਹ ਰਾਤ ਕੋ ਦੁਸੈ ਵਿਸਾਲ ਜਿਸ ਪਰਮੇਸ਼ਰ ਦਾ ਆਰਾਧਨ ਕਰਨਾ ਬੜਾ ਕਠਿਨ ਹੈ, ਕਿੱਥੇ ਭਗਤੀ ਹੁੰਦੀ ਹੈ। ਪਰਮੇਸ਼ਰ ਦਾ ਨਾਮ ਜਪਣ ਨੂੰ ਇਕਾਂਤ ਵਿੱਚ ਕਿੱਥੇ ਚਿੱਤ ਕਰਦਾ ਹੈ। ਮਨ ਤਾਂ ਚਾਹੁੰਦਾ ਹੈ ਵੀ ਹਰ ਵੇਲੇ ਕੋਈ ਹਾਸ ਰਸ ਕਰਦਾ ਹਾਂ ਰਹਾ, ਤਮਾਸ਼ੇ ਵੇਖਾਂ, ਰਾਗ ਰੰਗ ਵੇਖਾਂ, ਇਧਰਲੇ ਬੰਨੇ ਲੱਗਣਾ ਚਾਹੁੰਦਾ। ਤੇ ਮਾਤਾ ਜੀ ਕਹਿੰਦੇ ਜਿਸ ਪਰਮੇਸ਼ਰ ਦੀ ਬੰਦਗੀ ਕਰਨੀ ਬਹੁਤ ਕਠਿਨ ਹੈ, ਬਹੁਤ ਔਖੀ ਹੈ, ਉਹ ਬੰਦਗੀ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ। ਜਗਤ ਨਾਥ ਪਾ ਕਰ ਕਿਰਪਾ ਸੁਚਿਤ ਕੋ ਫਿਰ ਪੜੋ। ਜਗਤ ਨਾਥ ਕਰ ਕਿਰਪਾ ਸੁਚਿਤ ਕੋ ਕਹਿੰਦੇ ਵੀ ਜੋ ਜਗਤ ਦਾ ਮਾਲਕ ਵਾਹਿਗੁਰੂ ਹੈ, ਫਿਰ ਉਹਨੇ ਆਪ ਵੇਖੋ ਵੀ ਬੰਦਗੀ ਦੇ ਪ੍ਰਸੰਨ ਹੋ ਕੇ ਨਾ ਮੇਰੇ ਪੁੱਤਰ ਦੀ ਨਾਵੇਂ ਪਾਤਸ਼ਾਹ ਦੀ ਭਗਤੀ ਤੇ ਖੁਸ਼ ਹੋ ਕੇ ਦਿਲੋਂ ਵਾਹਿਗੁਰੂ ਨੇ ਕਿਰਪਾ ਕਰਕੇ ਦਿਖਾਵਨ ਅਬ ਇਹ ਸੁਖ ਕੋ ਤੇ ਕਰਿਓ ਦਿਖਾਵਨ ਅਬ ਇਹ ਸੁਖ ਕੋ। ਕਹਿੰਦੇ ਆਹ ਸੁਖ ਜਿਹੜਾ ਹੈ ਨਾ ਹੁਣ ਵੇਖਿਆ ਜਾ ਕੇ। ਮੈਂ ਮਾਤਾ ਕਹਿੰਦੀ ਅਰਦਾਸਾਂ ਕਰਦੀ ਰਹੀ ਵੀ ਪੁੱਤਰ ਆਵੇ, ਮੇਰਾ ਪੁੱਤਰ ਬੰਦਗੀ ਕਰਦਾ ਰਿਹਾ ਪਰਮੇਸ਼ਰ ਦੀ। ਤੇ ਫੇਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਹੁਣ ਪੁੱਤਰ ਦੇ ਮੂੰਹ ਵੇਖਣ ਦਾ, ਪੋਤਰੇ ਦੇ ਮੁਖ ਵੇਖਣ ਦਾ ਸੁਖ ਮਿਲਿਆ ਮੈਨੂੰ। ਜਿਨ ਕੇ ਉਰ ਬਿਲਾਕ ਬਿਸ਼ੇਖਾ ਤੇ ਜਿਸ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਦੇ ਵਿੱਚ ਵੀ ਆਪਣੇ ਪੁੱਤਰ ਨੂੰ ਵੇਖਣ ਦੀ ਬਹੁਤ ਹੀ ਅਭਿਲਾਖ ਹੈ ਵੀ ਅਸੀਂ ਆ ਕਰਕੇ ਵੇਖੀਏ ਛੇਤੀ ਤੋਂ ਛੇਤੀ। ਆਪਲੋ ਨਹੀਂ ਪੁੱਤਰ ਮੁਖ ਦੇਖਾ ਪਰ ਵੇਖ ਲੋ ਹਾਲਾਂ ਤੀਕਰ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਆਪਣੇ ਪੁੱਤਰ ਦਾ ਮੂੰਹ ਨਹੀਂ ਵੇਖਿਆ। ਹਾਲਾਂ ਤਾਂ ਉਹ ਦੂਰ ਗਏ ਹੋਏ ਨੇ ਇਧਰ ਅਸਾਮ ਵੱਲ। ਤੇ ਮਾਤਾ ਨਾਨਕੀ ਜੀ ਕਹਿੰਦੇ ਹੇ ਕਿਰਪਾਲ ਚੰਦ, ਹੇ ਗੁਰਸਿੱਖੋ ਤੁਸੀਂ ਸਿਆਣੇ ਹੋ ਵੀ ਵੇਖੋ ਪਹਿਲਾਂ ਤਾਂ ਇੰਨੀਆਂ ਅਰਦਾਸਾਂ ਬੇਨਤੀਆਂ ਕਰਕੇ ਸਾਨੂੰ ਇਹ ਪੋਤਰਾ ਮਿਲਿਆ ਹੈ, ਫਿਰ ਇਹਨਾਂ ਦੇ ਪਿਤਾ ਜੀ ਹਾਲਾਂ ਦੂਰ ਗਏ ਨੇ। ਉਹ ਚਾਹੁੰਦੇ ਹਨ ਵੀ ਅਸੀਂ ਆਪਣੇ ਲਾਲ ਨੂੰ ਆ ਕੇ ਵੇਖੀਏ, ਦਰਸ਼ਨ ਕਰੀਏ।
ਪਰ ਹਾਲੇ ਤੀਕਰ ਤਾਂ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਖ ਨਹੀਂ ਵੇਖਿਆ। ਸੋ ਕੈਸੇ ਅਬ ਵਹਿਰ ਲਿਜਾਵੋ। ਇਸ ਕਰਕੇ ਦੱਸੋ ਵੀ ਹਾਲਾਂ ਤਾਂ ਇਹਨਾਂ ਨੂੰ ਆ ਕੇ ਨਾਵੇਂ ਸਤਿਗੁਰਾਂ ਵੀ ਤੱਕਿਆ ਨਹੀਂ ਹੈ। ਜਿਸ ਸਾਹਿਬਜ਼ਾਦੇ ਨੂੰ ਦੱਸੋ ਉਹਨੂੰ ਕਿਵੇਂ ਤੁਸੀਂ ਬਾਹਰ ਲਿਜਾਉਣਾ ਚਾਹੁੰਦੇ ਹੋ? ਕਿਵੇਂ ਮੈਂ ਬਾਹਰ ਇੱਕ ਓਪਰੇ ਬੰਦੇ ਫਕੀਰ ਦੇ ਕੋਲ ਭੇਜ ਦਿਆਂ ਤੁਹਾਨੂੰ ਦੇ ਕੇ? ਪਰ ਮਤ ਰਿਪ ਕੇ ਨਰ ਦਿਖਰਾਵੋ। ਫਿਰ ਮਾਤਾ ਨਾਨਕੀ ਜੀ ਕਹਿੰਦੇ ਵੀ ਪਰਾਏ ਮਤ ਦਾ ਹੈ, ਤੁਰਕ ਹੈ, ਤੁਰਕਾਂ ਦਾ ਰਾਜ ਹੈ, ਤੇ ਇਹ ਵੀ ਨਹੀਂ ਪਤਾ ਵੀ ਫਕੀਰ ਹੈਗਾ ਹੈ ਜਾਂ ਨਹੀਂ, ਕੋਈ ਹੋਰ ਹੀ ਬੰਦਾ ਨਾ ਫਕੀਰ ਬਣ ਕੇ ਆਇਆ ਹੋਵੇ। ਦੱਸੋ ਵੀ ਪਰ ਮਤ ਰਿਪ ਕੇ ਨਰ ਦਿਖਰਾਓ, ਪਰਾਏ ਮਤ ਦੇ ਦੁਸ਼ਮਣਾਂ ਨੂੰ ਕਿਵੇਂ ਮੈਂ ਆਪਣਾ ਪੋਤਰਾ ਵੇਖਣ ਨੂੰ ਦੇਵਾਂ? ਪੁੱਤਰ ਪਰਮ ਪ੍ਰੈ ਥੋਰੇ ਦਿਨ ਕੋ। ਕਿਉਂਕਿ ਜਿਹੜਾ ਮੇਰਾ ਪੁੱਤਰ ਹੈ, ਪੁੱਤਰ ਪਰਮ ਪ੍ਰਿਆ, ਸਾਨੂੰ ਬਹੁਤ ਪਿਆਰਾ ਹੈ ਮੇਰਾ ਪੋਤਰਾ, ਤੇ ਥੋੜੇ ਕੁ ਦਿਨਾਂ ਦਾ ਹੀ ਹੈ, ਹਾਲਾਂ ਸਰੀਰ ਵੀ ਬਹੁਤਾ ਵੱਡਾ ਨਹੀਂ ਹੋਇਆ। ਕਿ ਮੈਂ ਉਤਸ਼ਾਹ ਕਰੋ ਮੈਂ ਮਨ ਤੇ ਕੋ। ਮਾਤਾ ਨਾਨਕੀ ਜੀ ਕਹਿੰਦੇ ਦੱਸੋ ਮੈਂ ਕਿਵੇਂ ਮਨ ਦਾ ਉਤਸ਼ਾਹ ਕਰਾਂ? ਮੇਰਾ ਮਨ ਨਹੀਂ ਮੰਨਦਾ। ਕਿਵੇਂ ਮੈਂ ਆਪਣੇ ਛੋਟੇ ਜਿਹੇ ਲਾਲ ਨੂੰ ਉੱਪਰੇ ਬੰਦੇ ਨੂੰ ਵਿਖਾਉਣ ਨੂੰ ਤੁਹਾਨੂੰ ਦੇ ਦੇਵਾਂ? ਅਨਕ ਭਾਂਤ ਕੀ ਰਸ਼ਾ ਕਰਨੀ। ਕਿਉਂਕਿ ਜਿਹੜੇ ਬੱਚੇ ਛੋਟੇ ਹੁੰਦੇ ਉਹਨਾਂ ਦੀ ਕਈ ਤਰ੍ਹਾਂ ਦੀ ਰੱਖਿਆ ਕਰਨੀ ਪੈਂਦੀ ਹੈ। ਠੰਡ ਤੋਂ ਬਚਾਉਣਾ ਪੈਂਦਾ, ਹੋਰ ਵੀ ਕਈ ਯਤਨ ਕਰਨੇ ਪੈਂਦੇ ਹਨ। ਲਗ ਬਾਲਕ ਕੀ ਸਭ ਹਿਨ ਭਰਨੀ। ਮਾਤਾ ਨਾਨਕੀ ਜੀ ਕਹਿੰਦੇ ਵੀ ਬਾਲਕ ਛੋਟਾ ਏ, ਤੇ ਸਾਰੀਆਂ ਸਿਆਣੀਆਂ ਮਾਈਆਂ ਇਹੀ ਕਹਿੰਦੀਆਂ ਵੀ ਛੋਟੇ ਬੱਚੇ ਨੂੰ ਜਿੰਨਾ ਸੰਭਾਲ ਕੇ ਰੱਖੀਏ ਉਨਾ ਹੀ ਥੋੜਾ ਹੈ। ਨਾਰ ਪਰਦੇਸੀ ਕੋ ਦਿਖਰਾਵ। ਇਸ ਕਰਕੇ ਪਰਦੇਸੋਂ ਆਇਆ, ਦੂਰੋਂ ਪਤਾ ਨਹੀਂ ਕਿੱਥੋਂ ਆਇਆ। ਜਿਸ ਮਨੁੱਖ ਨੂੰ ਤੁਸੀਂ ਚਾਹੁੰਦੇ ਹੋ ਵੀ ਇਹ ਮੇਰੇ ਪੋਤਰੇ ਗੋਬਿੰਦ ਰਾਏ ਜੀ ਨੂੰ ਵਿਖਾਉਣਾ ਹੈ, ਦਰਸ਼ਨ ਕਰਾਉਣੇ ਹਨ। ਬੇਟ ਆਦ ਅਵਗੁਣ ਪਰਸ਼ਾਵਨ। ਉਹਦੇ ਮਾਤਾ ਕਹਿਣ ਲੱਗੀ ਵੀ ਇਦਾਂ ਨਹੀਂ ਮੈਂ ਵਿਖਾਉਣਾ, ਨਜ਼ਰ ਲੱਗ ਜਾਂਦੀ ਹੁੰਦੀ। ਮਾਈਆਂ ਦੇ ਹੁੰਦਾ ਨਾ ਮਨ 'ਚ ਪ੍ਰੇਮ ਹੁੰਦਾ, ਡਰ ਹੁੰਦਾ ਹੈ ਮਾਂ ਨੂੰ, ਡਰ ਦੇ ਵਿੱਚੋਂ ਹੀ ਇਹ ਨਜ਼ਰ ਲੱਗਣੀ, ਪਰਛਾਵਾਂ ਪੈਣਾ, ਇਹੋ ਜਿਹਾ ਖਿਆਲ ਉਤਪੰਨ ਹੁੰਦਾ ਹੈ। ਤੇ ਮਾਤਾ ਨਾਨਕੀ ਜੀ ਕਹਿੰਦੇ ਵੀ ਮੈਂ ਨਹੀਂ ਆਪਣਾ ਪੋਤਰਾ ਦੇਣਾ ਕਿਰਪਾਲ ਚੰਦ ਉਹਨੂੰ ਵਿਖਾਉਣ ਨੂੰ। ਕਹਿੰਦੇ ਵੀ ਪ੍ਰਦੇਸੋਂ ਆਇਆ ਏ, ਨਿਗਾਹ ਬੜੀ ਮਾੜੀ ਹੁੰਦੀ ਕਈ ਲੋਕਾਂ ਦੀ, ਭੈੜੀ ਨਿਗਾਹ ਕਹਿੰਦੇ ਪੱਥਰ ਪਾੜ ਦਿੰਦੀ ਹੈ। ਕੋਈ ਛਾਇਆ, ਕੋਈ ਪਰਛਾਵਾਂ ਮਾੜਾ ਪੈ ਜਾਂਦਾ ਹੁੰਦਾ ਏ। ਇਤਿਆਦ ਗੌਰ ਸਮਝੋ ਸਾਰੇ। ਇਸ ਕਰਕੇ ਤੁਸੀਂ ਸਾਰੇ ਮਨ ਵਿੱਚ ਇਹ ਗੱਲਾਂ ਸਮਝੋ ਵੀ ਇੱਕ ਤਾਂ ਬਹੁਤੀਆਂ ਬੇਨਤੀਆਂ ਕਰਕੇ ਲਿਆ, ਦੂਸਰਾ ਹਾਲ ਇਹਨਾਂ ਦੇ ਪਿਤਾ ਜੀ ਨੇ ਆ ਕੇ ਨਹੀਂ ਵੇਖਿਆ, ਤੀਸਰਾ ਪਰਦੇਸੀ ਬੰਦਾ ਐਵੇਂ ਨਜ਼ਰ ਨੁਜ਼ਰ ਲੱਗ ਜਾਂਦੀ ਹੈ, ਤੇ ਕਹਿੰਦੇ ਪਰਛਾਈ ਕੋਈ ਪੈ ਜਾਂਦੀ ਹੈ। ਗੱਲਾਂ ਸੋਚੋ ਸਾਰੇ ਵੀ ਇਸ ਕਰਕੇ ਮੈਂ ਆਪਣਾ ਪੋਤਰਾ ਨਹੀਂ ਦੇਣਾ। ਤਨਹਿ ਉਠਾਵੋ ਬਿਨੈ ਉਚਾਰੇ। ਤੇ ਤੁਸੀਂ ਸਾਰੇ ਇਦਾਂ ਕਰੋ ਵੀ ਬਾਹਰ ਜਾ ਕੇ ਜਿਹੜਾ ਫਕੀਰ ਬੈਠਾ ਹੈ ਨਾ ਉਹਨੂੰ ਬੇਨਤੀਆਂ ਕਰਕੇ ਉਠਾਓ ਦਰਵਾਜ਼ੇ ਤੋਂ, ਉਹਨੂੰ ਕਹੇ ਇੱਥੇ ਨਾ ਬੈਠਾ ਰਹੋ। ਗੁਰ ਕਰ ਤੇ ਲਿਹ ਰੁਚਿ ਆਹਾਰਾ। ਉਹਨੂੰ ਛਕਣ ਛਕਾਉਣ ਨੂੰ ਜੋ ਚਾਹੁੰਦਾ ਗੁਰੂ ਘਰ ਦੇ ਵਿੱਚੋਂ ਸੋਹਣੇ ਪਦਾਰਥ ਖਾਣ ਵਾਸਤੇ ਫਕੀਰ ਨੂੰ ਦੇਣਾ ਕਰੋ। ਕੀਰਤਨ ਮਿਸ਼ਟਾਨ ਅਨੇਕ ਪ੍ਰਕਾਰ। ਅਜੇ ਉਹ ਮਿਸ਼ਟਾਨ ਕੋਈ ਮਠਿਆਈਆਂ ਚਾਹੁੰਦਾ, ਕੋਈ ਘਿਓ ਦੇਸੀ ਜਾਂ ਹੋਰ ਕਿਸੇ ਤਰ੍ਹਾਂ ਦੀ ਵਸਤੂ ਹੈ। ਅਮਰ ਚਾਹੇ ਕੁਛ ਜਾਚਨ ਕੀਰੀ। ਮਾਤਾ ਨਾਨਕੀ ਜੀ ਕਹਿੰਦੇ ਕਿਰਪਾਲ ਚੰਦ ਜੀ ਜੇ ਹੋਰ ਵੀ ਕੁਝ ਫਕੀਰ ਮੰਗਣਾ ਚਾਹੁੰਦਾ ਹੈ ਨਾ, ਜਾਓ ਪੁੱਛੋ, ਜੋ ਵੀ ਮੰਗਦਾ ਉਹਨੂੰ ਉਹੀ ਦੇ ਦਿਓ ਤੇ ਬੇਨਤੀ ਕਰਕੇ ਉਠਾ ਦਿਓ ਦਰਵਾਜ਼ੇ ਤੋਂ। ਵਸਤਰ ਦਰਬ ਦੀਜੈ ਬਿਨ ਦੇਰੀ। ਵਸਤਰ ਦੇ ਦਿਓ, ਧਨ ਦੇ ਦਿਓ, ਬਿਨਾਂ ਦੇਰ ਤੋਂ ਜੋ ਚਾਹੀਦਾ ਆ ਕੇ ਲੈ ਜਾਓ ਖਜ਼ਾਨੇ ਵਿੱਚੋਂ। ਬਾਲਕ ਵਹਿਰ ਦਰਸ਼ ਤੇ ਬਿਨਾ। ਉਹਨੂੰ ਜਾ ਕੇ ਕਹੋ ਵੀ ਬਾਹਰ ਲਿਆ ਕੇ ਬੱਚੇ ਦੇ ਦਰਸ਼ਨ ਕਰਾਉਣ ਤੋਂ ਬਗੈਰ। ਦੇਹੋ ਤਿਨਹੁ ਕਰ ਆਦਰ ਕਾ ਨਾਮ। ਬਾਕੀ ਹਰ ਇੱਕ ਤਰ੍ਹਾਂ ਦਾ ਮਾਤਾ ਜੀ ਕਹਿੰਦੇ ਆਦਰ ਸਨਮਾਨ ਦਿਓ। ਜਿਹੜਾ ਫਕੀਰ ਆਇਆ ਉਹਨੂੰ ਕਹੋ ਵੀ ਇੱਕ ਦਰਸ਼ਨ ਨਹੀਂ ਕਰਾ ਸਕਦੇ ਸਾਹਿਬਜ਼ਾਦੇ ਦੇ, ਬਾਕੀ ਜੋ ਖਾਣਾ ਪੀਣਾ ਪਹਿਨਣਾ ਮਾਇਆ ਧਨ ਪਦਾਰਥ ਜੋ ਚਾਹੀਦਾ ਉਹ ਲੈ। ਫਿਰ ਆਦਰ ਸਨਮਾਨ ਦਿਓ, ਉਹਨੂੰ ਮਾੜਾ ਨਾ ਬੋਲਿਓ। ਏਸ ਭਲੇ ਦਰਵੇਸ਼ ਵਿਸ਼ੇਸ਼। ਵੇਸ਼ ਭਲੇ ਦਰਵੇਸ਼ ਵਿਸ਼ੇਸ਼। ਕਹਿੰਦੇ ਜੋ ਭਲੇ ਵੇਸ਼ ਵਾਲਾ ਦਰਵੇਸ਼ ਬੈਠਾ ਹੈ ਸਾਰੇ ਹੀ ਜਾਣੇ ਰਲ ਕੇ ਤੁਸੀਂ। ਜਯੋ ਕਯੋ ਕਰੋ ਪ੍ਰਸੰਨ ਸ਼ੇਸ਼। ਉਹ ਜੋ ਵਿਸ਼ੇਸ਼ ਤੌਰ ਤੇ ਫਕੀਰ ਹੈ ਸਾਰੇ ਇਕੱਠੇ ਹੋ ਕੇ ਉਹਨੂੰ ਖੁਸ਼ ਕਰਕੇ ਭੇਜਿਓ, ਉਹਨੂੰ ਪ੍ਰਸੰਨ ਕਰਕੇ ਵਾਪਸ ਭੇਜ ਦਿਓ, ਫੇਰ ਆ ਜੇ ਮੁੜ ਕੇ। ਸੁਨਤ ਨਾਨਕੀ ਤੇ ਸਭ ਦੂਜੀ ਵਾਰ ਮਾਤਾ ਜੀ ਨੇ ਜਦੋਂ ਖੋਲ ਕੇ ਸਾਰੀ ਗੱਲ ਕਹੀ ਵੀ ਨਹੀਂ ਵਿਖਾ ਸਕਦੀ ਮੈਂ ਆਪਣਾ ਪੋਤਰਾ, ਤਾਂ ਸਾਰੇ ਹੀ ਵਾਮਾ ਕਿਰਪਾਲ ਚੰਦ ਹੋਰ ਸੇਵਕ ਸਿਆਣੇ ਸਿਆਣੇ ਜਿਹੜੇ ਦਾਸ ਸਨ
ਉਹ ਸਾਰੇ ਹੀ ਵਾਪਸ ਬਾਹਰ ਫਕੀਰ ਜਿੱਥੇ ਬੈਠਾ ਉੱਥੇ ਆ ਗਏ। ਆਓ ਭੀਖ ਕੋ ਮਿਲ ਸਮਝਾਏ। ਸਾਰੇ ਮਿਲ ਕੇ ਭੀਖਣ ਸ਼ਾਹ ਫਕੀਰ ਨੂੰ ਸਮਝਾਉਂਦੇ ਹਨ, ਬੇਨਤੀਆਂ ਕਰਦੇ ਨੇ ਵੀ ਇਹ ਸਾਈਂ ਫਕੀਰ, ਜਨਨੀ ਕੋ ਸੁਤ ਹੋਏ ਅਤ ਪਿਆਰ। ਤੁਹਾਨੂੰ ਪਤਾ ਹੀ ਹੈ ਨਾ, ਜਿਹੜੀਆਂ ਮਾਵਾਂ ਹੁੰਦੀਆਂ ਉਹਨਾਂ ਨੂੰ ਬੱਚੇ ਬਹੁਤ ਹੀ ਪਿਆਰੇ ਹੁੰਦੇ ਹਨ, ਆਪਣੇ ਤੋਂ ਜੁਦਾ ਨਹੀਂ ਕਰਨਾ ਚਾਹੁੰਦੀਆਂ। ਹਰ ਬਾਲਕ ਬੈ ਆਪ ਵਿਚਾਰ। ਫਿਰ ਵੇਖੋ ਤੁਸੀਂ ਸਿਆਣੇ ਹੀ ਹੋ, ਉਹਨਾਂ ਦੀ ਉਮਰ ਬਾਲਕਾਂ ਵਾਲੀ, ਹਾਲਾਂ ਥੋੜੀ ਹੋਈ ਉਮਰ ਹੈ, 3 ਮਹੀਨਿਆਂ ਦਾ ਵੀ ਸਰੀਰ ਨਹੀਂ ਪੂਰਾ ਹੋਇਆ। ਤੁਸੀਂ ਆਪ ਹੀ ਵਿਚਾਰ ਕਰੋ ਵੀ ਇੰਨੇ ਛੋਟੇ ਸਰੀਰ ਨੂੰ ਮਾਤਾ ਕਿਵੇਂ ਬਾਹਰ ਭੇਜ ਸਕਦੀ ਹੈ। ਆਲਪ ਦਿਵਸ ਪੇ ਜਨਮ ਭਇਓ ਹੈ। ਹਾਂ, ਥੋੜੇ ਹੀ ਦਿਨਾਂ ਦਾ ਤਾਂ ਹਾਲਾਂ ਉਹਨਾਂ ਦਾ ਜਨਮ ਹੋਇਆ ਹੈ, ਉਮਰ ਵੀ ਕੋਈ ਬਹੁਤੀ ਵੱਡੀ ਨਹੀਂ ਜੋ ਬਾਹਰ ਲੈ ਆਈਏ ਘਰ ਤੋਂ। ਅਜ ਹੋ ਵਹਿਰ ਨਿਕਸਨ ਨਾ ਕੀਓ ਹੈ। ਹਾਲਾਂ ਤੀਕਰ ਘਰ ਤੋਂ ਬਾਹਰ ਇੱਕ ਵਾਰਾਂ ਵੀ ਅਸੀਂ ਉਹਨਾਂ ਨੂੰ ਕੱਢਿਆ ਨਹੀਂ ਹੈ, ਸਾਂਭ ਸੰਭਾਲ ਹੀ ਕਰ ਰਹੇ ਹਾਂ। ਗੁਰ ਘਰ ਤੇ ਭੋਜਨ ਸਭ ਲੀਜੈ। ਇਸ ਕਰਕੇ ਸਿੱਖ ਕਹਿੰਦੇ, ਕਿਰਪਾਲ ਚੰਦ ਜੀ ਹੱਥ ਜੋੜ ਕੇ ਕਹਿੰਦੇ, ਫਕੀਰ ਜੀ ਇਉਂ ਕਰੋ ਵੀ ਦਰਸ਼ਨ ਤਾਂ ਨਹੀਂ ਤੁਹਾਨੂੰ ਕਰਾ ਸਕਦੇ, ਪਰ ਗੁਰੂ ਘਰ ਦੇ ਵਿੱਚੋਂ ਭੋਜਨ ਹਰ ਤਰ੍ਹਾਂ ਦਾ ਜੋ ਤੁਸੀਂ ਪਕਵਾਨ ਲੈਣਾ ਛਕਣ ਨੂੰ ਲੈ ਲਵੋ। ਤ੍ਰਿਪਤ ਹੋ ਮਨ ਪ੍ਰਸੰਨ ਕੋ ਕੀਜੈ। ਕਹਿੰਦੇ ਰੱਜ ਕੇ ਭੋਜਨ ਛਕੋ, ਆਪਣਾ ਮਨ ਪ੍ਰਸੰਨ ਕਰੋ, ਖੁਸ਼ ਹੋਵੋ, ਰਜਵਾਂ ਜਲ ਪਾਣੀ ਛਕ ਕੇ ਜੋ ਚਾਹੀਦਾ ਉਹੀ ਹਾਜ਼ਰ ਕਰਾਂਗੇ। ਅਸਮੰਜਸ ਲਿਆਵਨ ਕਰ ਬਾਹਰ। ਕਿਉਂਕਿ ਘਰ ਤੋਂ ਬਾਹਰ ਲੈ ਕੇ ਆਉਣਾ ਬੜੀ ਅਸਮੰਜਸ ਜੀ, ਅਣਬਣ ਦੀ ਗੱਲ ਹੈ। ਮਾਈਆਂ ਮੰਨਦੀਆਂ ਨਹੀਂ ਹੈ ਪੁੱਤਰ ਨੂੰ ਬਾਹਰ ਕੱਢਣ ਵਾਸਤੇ। ਤਿਨ ਜਨਨੀ ਨਹਿ ਮਾਨ ਹੈ ਜਾਹਰ। ਜ਼ਾਹਰ ਪ੍ਰਗਟ ਗੱਲ ਇਹ ਹੈ ਵੀ ਉਹਦੀ ਜਨਨੀ ਸਾਹਿਬਜ਼ਾਦੇ ਦੀ ਨਾ ਮਾਤਾ ਮੰਨਦੀ ਹੈ ਨਾ ਦਾਦੀ ਮੰਨਦੀ ਹੈ। ਉਹ ਕਹਿੰਦੇ ਪੁੱਤਰ ਨੂੰ ਬਾਹਰ ਨਹੀਂ ਕੱਢਣਾ ਹਾਲਾਂ। ਮੋਰ ਆਏ ਦਰਸ਼ੋ ਦਰਸ਼ਨ। ਹਾਂ, ਏਦਾਂ ਹੈ ਵੀ ਹੁਣ ਤੁਸੀਂ ਜਲ ਪਾਣੀ ਛਕ ਕੇ ਜਾਓ ਤਾਂ ਬਾਹਰ, ਫੇਰ ਜਦੋਂ ਮੁੜ ਕੇ ਆਓਗੇ ਨਾ ਫੇਰ ਤੁਸੀਂ ਦਰਸ਼ਨ ਕਰ ਲਿਓ ਸਾਹਿਬਜ਼ਾਦੇ ਦੇ। ਮਿਲ ਹੋ ਗੁਰਨ ਮਨ ਹੋਏ ਪ੍ਰਸੰਨ। ਉਦੋਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਆ ਜਾਣਗੇ, ਸਾਹਿਬਜ਼ਾਦੇ ਦੇ ਦਰਸ਼ਨ ਕਰਿਓ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਿਓ, ਮਨ ਖੁਸ਼ ਹੋ ਜਾਵੇਗਾ ਤੁਹਾਡਾ। ਕਰ ਹੋ ਮਿਹਰ ਕੀ ਨਦਰ ਵਿਸਾਲਾ। ਇਹ ਹੁਣ ਤੁਸੀਂ ਸਾਡੇ ਤੇ ਮਿਹਰ ਦੀ ਨਿਗਾਹ ਰੱਖੋ ਇਸ ਵੇਲੇ ਤਾਂ, ਸੁਭ ਦਰਵੇਸ਼ ਆਪ ਕੀ ਚਾਲਾ। ਕਿਉਂਕਿ ਤੁਹਾਡੀ ਚਾਲ ਵੀ ਸੋਹਣੀ ਹੈ। ਦਰਵੇਸ਼ ਰੱਬ ਦੇ ਪਹੁੰਚੇ ਹੋਏ, ਤੁਸੀਂ ਰੱਬ ਦੇ ਫਕੀਰ ਹੋ। ਤੇ ਹੇ ਮਹਾਂਪੁਰਖੋ, ਇਹ ਬੇਨਤੀ ਹੈ ਸਾਡੀ ਭੀਖਮ ਸ਼ਾਹ ਫਕੀਰ ਨੂੰ, ਕਹਿੰਦੇ ਵੀ ਮੁੜ ਕੇ ਆਓਗੇ ਤਾਂ ਬਾਲਕ ਦੇ ਵੀ ਦਰਸ਼ਨ ਹੋਣਗੇ, ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਦਰਸ਼ਨ ਹੋਣਗੇ, ਪਰ ਹੁਣ ਇਸ ਵੇਲੇ ਤੁਸੀਂ ਸਾਨੂੰ ਮਾਫ ਕਰਿਓ, ਖੁਸ਼ੀ ਰਿਓ, ਤੁਹਾਨੂੰ ਦਰਸ਼ਨ ਨਹੀਂ ਕਰਾ ਸਕੇ। ਪਰਵਤਗਾਰ ਸਿਫਤ ਮਹਿਰੰਗੇ। ਕਿਉਂਕਿ ਤੁਸੀਂ ਜੋ ਪਰਵਤਗਾਰ ਸਭ ਨੂੰ ਪਾਲਣ ਵਾਲਾ, ਸਭ ਨੂੰ ਰਿਜ਼ਕ ਦੇਣ ਵਾਲਾ, ਉਸ ਖੁਦਾ ਦੀ ਬੰਦਗੀ 'ਚ ਰੰਗੇ ਹੋਏ ਹੋ। ਸ਼ਿਤ ਸੀ ਸ਼ਮਾ ਧਰੋ ਸਰਬੰਗੇ। ਆਪਣੇ ਸਾਰੇ ਅੰਗਾਂ, ਸਾਰੇ ਸਰੀਰ ਦੇ ਵਿੱਚ ਧਰਤੀ ਵਰਗੀ ਛਿਮਾ ਹੀ ਤੁਸੀਂ ਧਾਰਨ ਕੀਤੀ ਹੈ। ਧਰਤੀ ਵਰਗਾ ਹੌਸਲਾ ਮੈਂ ਵੇਖਿਆ ਏ। ਸਮਤ ਸ਼ੁੱਧਤ ਤੁਮ ਪੀਓ ਨ ਪਾਣੀ। ਵੇਖੋ ਤੁਹਾਨੂੰ ਥਕਾਵਟ ਵੀ ਹੈ ਵੀ ਕਿੱਡੀ ਦੂਰੋਂ ਚੱਲ ਕੇ ਕੱਲ ਆਏ ਸੀ, ਕੱਲ ਦਾ ਦਿਨ ਵੀ ਲੰਘ ਗਿਆ, ਰਾਤ ਲੰਘ ਗਈ, ਦੂਸਰਾ ਦਿਨ ਆਇਆ, ਨਾ ਤੁਸੀਂ ਭੋਜਨ ਛਕਿਆ ਹੈ, ਨਾ ਕਹਿੰਦੇ ਤੁਸੀਂ ਪਾਣੀ ਪੀਤਾ ਹੈ। ਰਸ ਰਹੇ ਮੋਨ ਕੋ ਠਾਨ। ਬਸ ਚੁੱਪ ਕਰਕੇ ਇੱਕ ਰਸ ਰੰਗੇ ਰਹੇ ਪਰਮੇਸ਼ਰ ਦੀ ਬੰਦਗੀ 'ਚ। ਕਿਰਪਾਲ ਚੰਦ ਕਹਿੰਦਾ, ਫਕੀਰ ਜੀ ਮੈਂ ਕੱਲ ਦੇ ਤੁਹਾਡੇ ਦਰਸ਼ਨ ਕਰ ਰਿਹਾ, ਤੁਸੀਂ ਰੱਬ ਦੇ ਬੰਦੇ ਹੋ। ਸ੍ਰੀ ਗੁਰੂ ਕੇ ਦਰਬਾਰ ਹਗਾਰੇ। ਪਰ ਇਹ ਬੇਨਤੀ ਹੈ ਵੀ ਵੇਖੋ ਗੁਰੂ ਮਹਾਰਾਜ ਦੇ ਦਰਬਾਰ ਦੇ ਦਰਵਾਜ਼ੇ ਦੇ ਅੱਗੇ ਲਹਿ ਬੈਠਨ ਬਿਨ ਹੈ ਹੱਠ ਧਾਰੇ। ਇਹ ਤਾਂ ਹੱਠ ਧਾਰ ਕੇ ਬੈਠਣਾ ਸੋਹਣਾ ਨਹੀਂ ਲੱਗਦਾ। ਸਿੱਖ ਸੰਗਤਾਂ ਆਉਂਦੀਆਂ ਨੇ, ਤੁਸੀਂ ਦਰਵਾਜ਼ੇ ਦੇ ਅੱਗੇ ਬੈਠੇ, ਚੰਗਾ ਨਹੀਂ ਲੱਗਦਾ। ਸੁਣ ਕਰ ਸ਼ਾਹ ਭੀਖ ਪੁਨ ਬੋਲਾ। ਅੱਜ ਤਾਂ ਕਿਰਪਾਲ ਚੰਦ ਜੀ ਕਹਿੰਦੇ ਹੋਰ ਜੋ ਚਾਹੀਦਾ ਹਾਜ਼ਰ ਕਰ ਦਿੰਨੇ ਆ, ਦਰਸ਼ਨ ਫੇਰ ਆ ਕੇ ਕਰਿਓ। ਤਾਂ ਭੀਖਮ ਸ਼ਾਹ ਉੱਤਰ ਦੇਣ ਵਾਸਤੇ ਬੋਲਿਆ, ਫਕੀਰ ਸ਼ਰਧਾ ਜਿਸ ਕੇ ਹਿਰਦੇ ਅਡੋਲਾ। ਜਿਸ ਦੇ ਹਿਰਦੇ 'ਚ ਅਡੋਲ ਸ਼ਰਧਾ ਹੈ, ਦ੍ਰਿੜ ਨਿਸ਼ਚਾ ਹੈ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਦਾ। ਪਟਨੇ ਨਗਰ ਵਿਖੇ ਜਬ ਪਰਿਓ। ਕਹਿੰਦੇ ਉਹਨੇ ਕਿਹਾ ਵੀ ਹੇ ਗੁਰਸਿੱਖ, ਜਦੋਂ ਮੈਂ ਪਟਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਨਾ ਆ ਕੇ ਕੱਲ, ਸਿਰ ਨਿਵਾਏ ਮੈਂ ਪ੍ਰਾਨ ਕੋ ਕਰਿਓ। ਉਦੋਂ ਮੈਂ ਸਿਰ ਨਵਾ ਕੇ ਨਮਸਕਾਰ ਕਰਕੇ ਤੇ ਇਹ ਪ੍ਰਣ ਕੀਤਾ ਸੀ ਆਪਣੇ ਮਨ ਵਿੱਚ, ਗੱਲ ਪੱਕੀ ਕਰ ਲਈ।
ਦਰਸੋ ਬਰ ਖੁਰਦਾਰ ਹੈ ਯਾਦ। ਵੀ ਪਹਿਲਾਂ ਜੋ ਤੇਜ ਪ੍ਰਤਾਪ ਵਾਲੇ ਬਰਖੁਰਦਾਰ ਨੇ, ਜੋ ਤੇਜ ਪ੍ਰਤਾਪੀ ਸਾਹਿਬਜ਼ਾਦੇ ਨੇ ਨਾ ਸਤਿਗੁਰਾਂ ਦੇ, ਉਹਨਾਂ ਦੇ ਮੈਂ ਪਹਿਲਾਂ ਦਰਸ਼ਨ ਕਰਾਂਗਾ। ਉਨ ਖਾਵੂੰ ਪੀਵੂੰ ਸਾਲਾਦ। ਤੇ ਜਦੋਂ ਦਰਸ਼ਨ ਹੋ ਜਾਣਗੇ ਫਿਰ ਖੁਸ਼ੀ ਨਾਲ ਉਸ ਤੋਂ ਬਾਅਦ ਕੁਝ ਖਾਣਾ ਪੀਣਾ ਹੋਇਆ ਤੇ ਫੇਰ ਖਾਵਾਂਗਾ। ਇਹ ਮੈਂ ਪ੍ਰਣ ਕੀਤਾ ਹੈ ਵੀ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਤੋਂ ਬਗੈਰ ਭੋਜਨ ਪ੍ਰਸ਼ਾਦਾ ਅੰਗੀਕਾਰ ਨਹੀਂ ਕਰਨਾ। ਉਸ ਸੈਕੜੇ ਚੱਲ ਕਰ ਆਏ। ਫਕੀਰ ਕਹਿੰਦਾ ਭਾਵੇਂ ਅਸੀਂ ਸੈਂਕੜੇ ਕੋਹਾਂ ਤੋਂ ਚੱਲ ਕੇ ਇੱਥੇ ਆਏ ਹਾਂ। ਜਨਮ ਜਾਲ ਮਨ ਹਮ ਹਰ ਕਹਾਏ। ਬਾਕੀ ਸਾਹਿਬਜ਼ਾਦੇ ਦਾ ਪਰਮੇਸ਼ਰ ਦਾ ਇੱਥੇ ਜਨਮ ਅਵਤਾਰ ਹੋਇਆ ਜਾਣ ਕੇ ਬੜੀ ਫਕੀਰ ਕਹਿੰਦਾ ਮੇਰੇ ਮਨ ਨੂੰ ਖੁਸ਼ੀ ਹੋਈ ਵੀ ਖੁਦਾ ਆਪ ਆਇਆ ਧਰਤੀ ਤੇ। ਦੇਨ ਦੇਨ ਕੋ ਅਪਰ ਨ ਕਾਜ। ਬਾਕੀ ਹੋਰ ਜਿਹੜਾ ਤੁਸੀਂ ਲੈਣ ਦੇਣ ਦੀ ਗੱਲ ਕਰਦੇ ਹੋ, ਭੀਖਮ ਸ਼ਾਹ ਜੀ ਕਹਿੰਦੇ ਲੈਣ ਦੇਣ ਦਾ ਨਹੀਂ ਸਾਡਾ ਕੰਮ। ਅਸੀਂ ਕੁਝ ਪਦਾਰਥ, ਕੋਈ ਪੈਸਾ, ਕੋਈ ਵਸਤੂ ਨਹੀਂ ਚਾਹੁੰਦੇ। ਸਾਡੇ ਮਨ ਦੀ ਕੋਈ ਖਾਹਿਸ਼ ਨਹੀਂ ਹੈ। ਦਰਸ਼ਨ ਏਕ ਗਰੀਬ ਹਾਂ, ਨਿਵਾਜ। ਇੱਕੋ ਹੀ ਇੱਛਾ ਹੈ ਵੀ ਗਰੀਬ ਨਵਾਜ਼ ਸਤਿਗੁਰੂ ਜੋ ਬਾਲ ਸਰੂਪ ਵਿੱਚ ਹਨ ਉਹਨਾਂ ਦੇ ਦਰਸ਼ਨ ਪ੍ਰਾਪਤ ਹੋ ਜਾਣ। ਹਮ ਫਕੀਰ ਦਰਵੇਸ਼ ਹਮੇਸ਼। ਭੀਖਮ ਸ਼ਾਹ ਕਹਿਣ ਲੱਗਾ ਵੀ ਅਸੀਂ ਸਾਈਂ ਦੇ ਫਕੀਰ ਰੱਬ ਦੇ ਬੰਦੇ ਹਮੇਸ਼ਾ ਹੀ। ਚਾਹੇ ਕਲੇਸ਼ ਚਾਹੇ ਹਤਨ ਸ਼ੀਸ਼। ਜਗ ਕਲੇਸ਼ ਚਾਹੇ ਹਤਨ ਅਸ਼ੇਸ਼। ਜਗ ਦੇ ਜਿਹੜੇ ਕਲੇਸ਼ ਨੇ ਨਾ, ਕਾਮ ਕ੍ਰੋਧ ਆਦਿਕ, ਇਹਨਾਂ ਨੂੰ ਹਮੇਸ਼ਾ ਹੀ ਨਾਸ਼ ਕਰਨ ਦਾ ਯਤਨ ਕਰਦੇ ਆ ਵੀ ਜਿਵੇਂ ਕਿਵੇਂ ਸਾਡੇ ਅੰਦਰ ਦੀਆਂ ਬਿਮਾਰੀਆਂ ਖਤਮ ਹੋ ਜਾਣ। ਜਿਮ ਜਾਨੋ ਤੁਮ ਦਰਸ਼ ਕਰਾਵੋ। ਤੇ ਸਾਡੀ ਭਾਵਨਾ ਇਹ ਹੈ ਵੀ ਦਰਸ਼ਨ ਕਰਾਂਗੇ ਤੇ ਸਾਡਾ ਜੀਵਨ ਸਫਲ ਹੋਊਗਾ। ਤੇ ਹੇ ਗੁਰਸਿੱਖ ਜੀ, ਹੇ ਕਿਰਪਾਲ ਚੰਦ, ਜਿਵੇਂ ਤੁਸੀਂ ਜਾਣਦੇ ਹੋ ਨਾ, ਜਿਵੇਂ ਤੁਹਾਨੂੰ ਸਮਝ ਪੈਂਦੀ, ਬਸ ਸਾਹਿਬਜ਼ਾਦੇ ਦੇ ਬਾਲ ਸਰੂਪ ਦੇ ਦਰਸ਼ਨ ਕਰਾ ਦਿਓ ਇੱਕ ਵਾਰ। ਕਹਿਓ ਮਾਨ ਹਮ ਕੋ ਹਰ ਖਾਵੋ। ਸਾਡਾ ਕਹਿਆ ਮੰਨ ਕੇ ਤੁਹਾਨੂੰ ਫਕੀਰਾਂ ਨੂੰ ਖੁਸ਼ ਕਰਕੇ ਭੇਜੋ ਘਰ ਨੂੰ ਵਾਪਸ। ਨਾਹੀ ਤਾਂ ਪਰੇ ਰਹੇ ਦਰਬਾਰ। ਤੇ ਨਹੀਂ ਤਾਂ ਅਸੀਂ ਮਹਾਰਾਜ ਦੇ ਦਰਬਾਰ ਤੇ ਇੱਥੇ ਬੈਠੇ ਆ, ਇਦਾਂ ਬੈਠੇ ਰਹਾਂਗੇ, ਇੱਕ ਥਾਂ ਡਟੇ ਰਹਾਂਗੇ। ਕਰ ਹੈ ਬੰਦਗੀ ਪਰਵਤਗਾਰ। ਬੰਦਗੀ ਹੀ ਕਰਨੀ ਹੈ ਪਰਵਤਗਾਰ ਦੀ। ਇੱਥੇ ਦਰ ਤੇ ਬੈਠੇ ਬੰਦਗੀ ਕਰੀ ਜਾਵਾਂਗੇ ਜਿੰਨਾ ਚਿਰ ਤੁਸੀਂ ਦਰਸ਼ਨ ਨਹੀਂ ਕਰਾਉਂਦੇ। ਹਮ ਫਕੀਰ ਸਦ ਸੰਕਟ ਸਹੈ। ਕਿਉਂਕਿ ਅਸੀਂ ਫਕੀਰ ਰੱਬ ਦੇ ਹਮੇਸ਼ਾ ਸਰੀਰ ਤੇ ਸੰਕਟ ਸਹਾਰਦੇ ਹੀ ਹੈ। ਸਾਨੂੰ ਕੋਈ ਭੁੱਖ ਦਾ ਦੁੱਖ ਨਹੀਂ ਹੈ। ਭੁੱਖ ਪਿਆਸ ਸਹਾਰ ਕੇ ਬੰਦਗੀ ਹੁੰਦੀ ਹੈ। ਸੁਨਹਿ ਕੋਈ ਨਾ ਚਰਜ ਹੈ। ਇਹਦੇ ਵਿੱਚ ਫਕੀਰ ਭੀਖਮ ਸ਼ਾਹ ਕਹਿੰਦਾ ਵੀ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ ਵੀ ਅਸੀਂ ਜੇ ਕੁਝ ਕੱਲ ਦਾ ਖਾਦਾ ਪੀਤਾ ਨਹੀਂ ਹੈ। ਬੰਦਗੀ ਤਾਂ ਇਦਾਂ ਹੀ ਹੁੰਦੀ ਆ, ਸਰੀਰ ਤੇ ਕਸ਼ਟ ਦੇ ਕੇ। ਖਰਾਬ ਹੋ ਗਏ ਦਰਸ਼ਨ ਕਰ ਹੈ। ਹਾਂ, ਕਹਿੰਦੇ ਵੀ ਜਦੋਂ ਦੇ ਖਰਾਬ ਹੋ ਗਏ ਦਰਸ਼ਨ ਕਰ ਹੈ। ਦਰਸ਼ਨ ਕਰਾ ਦੋਗੇ, ਬਾਲਕ ਵਿਖਾਓਗੇ ਤਾਂ ਦਰਸ਼ਨ ਕਰਕੇ। ਨਾਹੀ ਤਾਂ ਬੈਠੇ ਹਮ ਦਰ ਪਰ ਹੈ। ਤਾਂ ਦਰਸ਼ਨ ਕਰਾ ਦੋਗੇ ਤਾਂ ਦਰਸ਼ਨ ਕਰ ਲਾਂਗੇ, ਨਹੀਂ ਤਾਂ ਅਸੀਂ ਇੱਥੇ ਹੀ ਗੁਰੂ ਦੇ ਦਰ ਤੇ ਬੈਠੇ ਰਹਾਂਗੇ। ਪੂਰਨ ਹੋਏ ਕਾਮਨਾ ਜਪੈ। ਜਦੋਂ ਸਾਡੀ ਕਾਮਨਾ ਪੂਰੀ ਹੋ ਜਾਵੇਗੀ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਦੀ, ਖਾਨ ਪਾਨ ਕਰ ਹੈ ਮੁਕਤ। ਇਹ ਤਾਂ ਗੱਲ ਪੱਕੀ ਆ ਵੀ ਅਸੀਂ ਭੋਜਨ ਪ੍ਰਸ਼ਾਦਾ ਉਦੋਂ ਹੀ ਛਕਾਂਗੇ, ਉਦੋਂ ਹੀ ਕੁਝ ਮੂੰਹ ਵਿੱਚ ਪਾਵਾਂਗੇ। ਦਿੜ ਨਿਸ਼ਚਾ ਹਮਰੇ ਮਨ ਏਮ। ਸਾਡੇ ਮਨ ਵਿੱਚ ਤਾਂ ਇਦਾਂ ਭੀਖਮ ਸ਼ਾਹ ਕਹਿੰਦਾ ਨਿਸ਼ਚਾ ਕੀਤਾ ਵੀ ਭੋਜਨ ਪ੍ਰਸ਼ਾਦਾ ਅੰਗੀਕਾਰ ਕਰਾਂਗੇ ਜਦੋਂ ਦਰਸ਼ਨ ਹੋ ਗਏ ਤਾਂ। ਦੇਹ ਦਰਸ਼ ਲਖ ਕੋ ਮਨ ਪ੍ਰੇਮ। ਹਾਂ, ਇਸ ਤਰ੍ਹਾਂ ਦੇਹ ਦਰਸ਼ ਅਸੀਂ ਇਹੀ ਆਸ ਰੱਖਦੇ ਵੀ ਸਾਡੇ ਮਨ ਦਾ ਪ੍ਰੇਮ ਜਾਣ ਕੇ ਉਹ ਆਪ ਹੀ ਸਤਿਗੁਰੂ ਸਾਨੂੰ ਆਪਣੇ ਦਰਸ਼ਨ ਦੇਣਗੇ। ਸੇਵਕ ਜੁਤ ਸੁਨੋ ਸਰਵਣ ਕਿਰਪਾਲ। ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਆਪਣੇ ਸੇਵਕ ਸਾਥੀ ਸਿੱਖਾਂ ਸਮੇਤ ਦੋਹਰੇ ਸੁਣਿਆ ਵੀ ਫਕੀਰ ਤਾਂ ਕਹਿੰਦਾ ਵੀ ਭੁੱਖਾ ਮਰ ਜਾਊ ਪਰ ਬਿਨਾਂ ਦਰਸ਼ਨ ਤੋਂ ਕੁਝ ਛਕਾਂਗਾ ਨਹੀਂ। ਪਰਖਿਓ ਸਾਹਸ ਚਲ ਵਿਸਾਲ। ਇਹ ਪਰਖ ਕੀਤੀ ਆ ਵੀ ਫਕੀਰ ਨੇ ਬਹੁਤ ਵੱਡਾ ਹੱਠ ਧਾਰਿਆ ਹੋਇਆ ਵੀ ਬਾਲਕ ਦੇ ਸਰੂਪ ਨੂੰ ਵੇਖਣਾ ਜ਼ਰੂਰ ਹੈ। ਮਾਤ ਨਾਨਕੀ ਕੇਟ ਗਿਆ। ਆ ਫਿਰ ਦੁਬਾਰਾ ਮੁੜ ਕੇ ਕਿਰਪਾਲ ਚੰਦ ਜੀ ਮਾਤਾ ਨਾਨਕੀ ਜੀ ਕੋ ਆਏ ਹਨ। ਹਾਥ ਜੋੜ ਸਭ ਗਾਥ ਜਨਾਏ। ਹੱਥ ਜੋੜ ਕੇ ਸਾਰੀ ਗੱਲ ਦੱਸੀ ਵੀ ਇਹ ਮਾਤਾ ਜੀ ਸੁਣੋ ਸਾਡੀ ਬੇਨਤੀ। ਹਾਟ ਫਕੀਰ ਨੇ ਕਰਬੋ ਵਡੇਰੇ। ਫਕੀਰ ਨੇ ਬਹੁਤ ਵੱਡਾ ਮਾਤਾ ਜੀ ਹੱਠ ਕੀਤਾ ਹੋਇਆ ਹੈ। ਉਠਣ
ਨਹੀਂ ਬਿਨ ਦਰਸ਼ਨ ਹੇਰੇ। ਉਹ ਕਹਿੰਦਾ ਜਿੰਨਾ ਚਿਰ ਮੈਨੂੰ ਦਰਸ਼ਨ ਪ੍ਰਾਪਤ ਨਹੀਂ ਹੁੰਦੇ ਮੈਂ ਉਹਨਾਂ ਚਿਰ ਗੁਰੂ ਦੇ ਦਰਵਾਜ਼ੇ ਤੋਂ ਉੱਠਾਂਗਾ ਨਹੀਂ, ਕਿਧਰੇ ਨਹੀਂ ਜਾਵਾਂਗਾ। ਕਰੋ ਆਪਣੇ ਹਿਰਦੇ ਵਿਚਾਰੇ। ਸੋ ਆਪ ਮਾਤਾ ਜੀ ਆਪਣੇ ਹਿਰਦੇ 'ਚ ਵਿਚਾਰ ਕਰੋ। ਫਕੀਰ ਤਾਂ ਕਹਿੰਦਾ ਵੀ ਮੈਂ ਬਸ ਦਰਸ਼ਨ ਕਰਨੇ ਨੇ, ਹੋਰ ਕੁਝ ਨਹੀਂ ਮੈਨੂੰ ਚਾਹੀਦਾ। ਔਰ ਜਿਮ ਦਿਲ ਸਾਹਸ ਧਾਰੇ। ਆ ਜਿਸ ਤਰ੍ਹਾਂ ਕਹਿੰਦੇ ਵੀ ਦ੍ਰਿੜਤਾ ਦੇ ਨਾਲ ਹੱਠ ਕਰਕੇ ਜੋ ਬੈਠਾ ਭੀਖਮਸ਼ਾ ਫਕੀਰ ਹੈ, ਉਹਨੂੰ ਜਿਵੇਂ ਟਾਲ ਦਈਏ, ਭਾਵ ਕਿ ਜਿਵੇਂ ਉਹਦੀ ਇੱਛਾ ਪੂਰੀ ਹੋ ਜਾਵੇ। ਮਾਤਾ ਜੀ ਐਸੀ ਕੋਈ ਤੁਸੀਂ ਵਿਉਂਤ ਕਰੋ। ਤਾਕਤ ਸ਼ੁੱਧ ਤੇ ਜਲ ਕੋ ਨਹੀਂ ਛੂਏ। ਆ ਨਾਲੇ ਕਿਰਪਾਲ ਚੰਦ ਜੀ ਇਹ ਵੀ ਦੱਸਦੇ ਆ ਵੀ ਵੇਖੋ ਦੂਰੋਂ ਆਇਆ ਹੈ ਫਕੀਰ, ਥੱਕਿਆ ਹੈ, ਭੁੱਖਾ ਹੈ, ਪਿਆਸਾ ਹੈ, ਪਰ ਫੇਰ ਵੀ ਪਾਣੀ ਤਿੱਕਰ ਨਹੀਂ ਪੀਤਾ। ਦਰ ਪਰ ਬੈਠੇ ਰਾਤ ਬਿਤੇ। ਮਾਤਾ ਜੀ ਕੱਲ ਦਾ ਦਿਨ ਵੀ ਲੰਘ ਗਿਆ ਤੇ ਦਰ ਤੇ ਬੈਠਿਆਂ ਦੀ ਰਾਤ ਵੀ ਬਤੀਤ ਹੋ ਗਈ ਉਹਨਾਂ ਦੀ। ਅਬ ਜੁਗ ਜਾ ਮਦ ਬਿਸ ਬਿਤ ਗਇਓ। ਅੱਜ ਦਾ ਦਿਨ ਵੀ 2 ਪਹਿਰ ਲੰਘ ਗਿਆ, ਭਾਵ 6 ਘੰਟੇ ਦਿਨ ਅੱਜ ਦਾ ਵੀ ਲੰਘ ਚੁੱਕਿਆ ਹੈ। ਤਉ ਅਸ਼ੋਭ ਸ੍ਰੀ ਤਰ ਭਇਓ। ਪਰ ਵੇਖੋ ਫੇਰ ਵੀ ਨਾ ਉਹਨਾਂ ਕੋਈ ਭੋਜਨ ਪ੍ਰਸ਼ਾਦਾ ਛਕਿਆ ਹੈ ਤੇ ਨਾ ਹੀ ਉਹਨਾਂ ਦੇ ਅੰਦਰ ਕੋਈ ਖਿਝ ਹੈ। ਐਨ ਅਸ਼ੋਭ ਬੈਠੇ ਨੇ ਬਿਨਾਂ ਕਿਸੇ ਖਿਝ ਤੋਂ। ਧੀਰਜ ਦੇ ਸਹਿਤ ਕੋਈ ਘਬਰਾਹਟ ਹੈ ਹੀ ਨਹੀਂ ਉਹਨਾਂ ਦੇ ਮਨ ਦੇ ਵਿੱਚ। ਸਹਿਤ ਸਨੇਹ ਬਾਕ ਮੁਖ ਕਹੇ। ਹਾਂ ਬਸ ਪ੍ਰੇਮ ਦੇ ਵਚਨੀ ਮੁਖੋਂ ਕਹਿੰਦੇ ਆ। ਜਦੋਂ ਕੁਝ ਪੁੱਛੀਦਾ ਹੈ ਜਲ ਪਾਣੀ ਤਾਂ ਪ੍ਰੇਮ ਨਾਲ ਇਹੀ ਗੱਲ ਅੱਗੋਂ ਕਹਿ ਦਿੰਦੇ ਹਨ। ਦਰਸ਼ਨ ਚਾਹਤ ਦੂਰ ਤੇ ਆਏ। ਦਰਸ਼ਨ ਸਤਿਗੁਰੂ ਕੀ ਇਸ਼ ਹੈ। ਕਹਿੰਦੇ ਵੀ ਇਹੋ ਮੁਖੋਂ ਕਹਿੰਦੇ ਹਨ। ਸਹਿਤ ਸਨੇਹ ਬਾਕ ਮੁਖ ਕਹੇ, ਦਰਸ਼ਨ ਸਤਿਗੁਰੂ ਕੀ ਇਸ਼ ਹੈ। ਪ੍ਰੇਮ ਨਾਲ ਇਹੀ ਬਚਨ ਕਰਦੇ ਨੇ ਵੀ ਸਾਨੂੰ ਤਾਂ ਬਾਲ ਸਰੂਪ ਸਤਿਗੁਰਾਂ ਦੇ ਦਰਸ਼ਨਾਂ ਦੀ ਹੀ ਇੱਛਾ ਹੈ, ਹੋਰ ਕੁਝ ਨਹੀਂ ਚਾਹੀਦਾ। ਇਹ ਅਵਤਾਰ ਰੂਪ ਬਿਤਤਾਏ। ਮਾਤਾ ਜੀ ਉਹ ਫਕੀਰ ਇਹ ਵੀ ਕਹਿੰਦਾ ਹੈ ਤਾਂ ਅਵਤਾਰ ਰੂਪ ਵਿੱਚ ਪ੍ਰਗਟ ਹੋਇਆ ਹੈ ਪਰਮੇਸ਼ਰ ਆਪ। ਦਰਸ਼ਨ ਚਾਹਤ ਦੂਰ ਤੇ ਆਏ। ਇਹਨਾਂ ਦੇ ਦਰਸ਼ਨ ਕਰਨ ਦੀ ਚਾਹਨਾ ਰੱਖ ਕੇ ਅਸੀਂ ਦੂਰ ਦੇਸ਼ ਤੋਂ ਆਏ ਹਾਂ। ਮਾਤ ਨਾਨਕੀ ਸੁਨ ਤਿਸ ਕਾਲ। ਜਦੋਂ ਮਾਤਾ ਨਾਨਕੀ ਜੀ ਨੇ ਫੇਰ ਸੁਣਿਆ ਵੀ ਫਕੀਰ ਭੁੱਖਾ ਪਿਆਸਾ ਹੈ ਤੇ ਪ੍ਰੇਮ ਨਾਲ ਦਰਸ਼ਨ ਕਰਨੇ ਚਾਹੁੰਦਾ ਹੈ, ਕਹਿਓ ਬਾਕ ਸੁਨ ਭਰਾਤ ਕਿਰਪਾ। ਕਹਿਣ ਲੱਗੇ ਵੀ ਹੇ ਕਿਰਪਾਲ ਚੰਦ ਜੀ ਸੁਣਨਾ ਕਰੋ, ਜੇ ਇਸੇ ਤਰ੍ਹਾਂ ਦੀ ਖਾਹਸ਼ ਹੈ ਉਸ ਦੀ ਅੰਤਰਪੁਰ ਪਰਿਅੰਕਟ ਸਾਹਿਬ। ਏਦਾਂ ਕਰੋ ਵੀ ਬਾਹਰ ਤਾਂ ਨਾ ਫਿਰ ਲੈ ਕੇ ਜਾਓ, ਘਰ ਦੇ ਵਿੱਚ ਹੀ ਵਿਹੜੇ 'ਚ ਹੀ ਕਹਿੰਦੇ ਇੱਥੇ ਹੀ ਪਲੰਗਾ ਵਿਛਾ ਲਓ, ਡਾਹ ਦਿਓ ਆਸਣ ਜਿੱਥੇ ਸਾਹਿਬਜ਼ਾਦੇ ਨੂੰ ਬਿਠਾਈਏ। ਰਸ਼ਿਆ ਸਭ ਪ੍ਰਕਾਰ ਕਰਾਵੋ। ਫਿਰ ਤੁਸੀਂ ਵੇਖੋ ਆਪ ਲਾਗੇ ਸਾਵਧਾਨ ਹੋ ਕੇ ਖਲੋਤੇ ਰਹੋ। ਮੇਰਾ ਤਾਂ ਦਿਲ ਡਰਦਾ ਹੈ, ਪਰ ਜੇ ਉਹਨੇ ਹੱਠ ਕੀਤਾ ਹੈ ਤਾਂ ਦਰਸ਼ਨ ਤਾਂ ਕਰਾ ਦਿਓ, ਘਰ ਦੇ ਵਿੱਚ ਹੀ ਪਲੰਗਾ ਡਾਲੋ। ਇੱਥੇ ਹੀ ਕਹਿੰਦੇ ਵੀ ਆਪ ਚੰਗੀ ਤਰ੍ਹਾਂ ਰੱਖਿਆ ਕਰੋ, ਸਾਵਧਾਨ ਹੋ ਕੇ ਲਾਗੇ ਆਪ ਖਲੋ ਜਾਇਓ ਸਾਰੇ। ਸਿੱਖ ਸੇਵਕ ਸਭ ਹੀ ਹੋਏ ਤੀਰ। ਬਾਕੀ ਵੀ ਜਿਹੜੇ ਗੁਰੂ ਘਰ ਦੇ ਸਿੱਖ ਸੇਵਕ ਹਨ ਉਹ ਵੀ ਉਸ ਵੇਲੇ ਨੇੜੇ ਹੀ ਹੋਣ ਜਦੋਂ ਫਕੀਰ ਦਰਸ਼ਨ ਕਰੇ ਬਾਲ ਸਤਿਗੁਰਾਂ ਦੇ। ਹਰਸ਼ ਕਰਾਵੋ ਸੁੰਦਰ ਚੀਰ। ਤੇ ਨਾਲ ਮਾਤਾ ਜੀ ਇਹ ਵੀ ਕਹਿਣ ਲੱਗੇ ਵੀ ਜੇ ਫਕੀਰ ਨੂੰ ਦਰਸ਼ਨ ਕਰਾਉਣਾ, ਇਸ ਬਹਾਨੇ ਸਾਰੇ ਨਗਰ ਦਿਆਂ ਨੂੰ ਦਰਸ਼ਨ ਕਰਾ ਦਈਏ। ਕਿਸੇ ਨੇ ਵੀ ਸਾਹਿਬਜ਼ਾਦੇ ਨੂੰ ਸਿੱਖ ਸੰਗਤਾਂ ਨੇ ਤੱਕਿਆ ਨਹੀਂ ਹੈ ਤੇ ਸੋਹਣੀਆਂ ਵਿਛਾਈਆਂ ਵਿਛਾ ਦਿਓ, ਫਰਸ਼ ਵਿਛਾ ਦਿਓ ਵਿਹੜੇ ਵਿੱਚ। ਗਾਵਹਿ ਗੁਰ ਕੇ ਸ਼ਬਦ ਉਧਾਰ। ਗੁਰਬਾਣੀ ਦੇ ਸ਼ਬਦ ਗਾਏ ਜਾਣ, ਉਸ ਵੇਲੇ ਕੀਰਤਨ ਹੋਵੇ, ਕਿਉਂਕਿ ਡਰ ਸੀ ਨਾ ਵੀ ਮਾਂ ਨੂੰ ਵੀ ਕੋਈ ਨਿਗਾਹ ਨਾ ਲੱਗੇ, ਵੀ ਜੇ ਕੋਈ ਭੈੜੀ ਨਿਗਾਹ ਵੀ ਵਾਲਾ ਕੋਈ ਹੋਊਗਾ ਫਕੀਰ ਨਕਲੀ ਬਣਿਆ ਵੀ ਤਾਂ ਸ਼ਬਦ ਗਾਇਨ ਹੋਣਗੇ ਤਾਂ ਕਿਸੇ ਤਰ੍ਹਾਂ ਦਾ ਮਾੜਾ ਅਸਰ ਨਹੀਂ ਹੋਵੇਗਾ। ਆਪਨ ਰਬਾਬੇ ਲਿਓ। ਇਸ ਕਰਕੇ ਰਬਾਬੀਆਂ ਨੂੰ ਵੀ ਸੱਦ ਲਿਓ ਵੀ ਤੁਸੀਂ ਕੀਰਤਨ ਕਰੋ ਇੱਥੇ ਬੈਠ ਕੇ। ਸੁਣਤ ਸਕਲ ਕਰਵਾਇ ਸਤਿਆਰੀ। ਕਿਰਪਾਲ ਚੰਦ ਜੀ ਨੇ ਸੁਣ ਕੇ ਸਾਰੀ ਤਿਆਰੀ ਕਰਾਈ ਹੈ ਫਕੀਰ ਨੂੰ ਦਰਸ਼ਨ ਕਰਾਉਣ ਵਾਸਤੇ। ਕਰਿਓ ਮੇਲ ਸੰਗਤ ਮਿਲ ਸਾਰੀ। ਸੰਗਤਾਂ ਨੂੰ ਸੁਨੇਹਾ ਦੇਤਾ ਵੀ ਦਰਸ਼ਨ ਕਰਾਉਣੇ ਨੇ ਕੁਝ ਸਮੇਂ ਸਾਹਿਬ ਗੁਰੂ ਗੋਬਿੰਦ ਸਿੰਘ ਬਾਲ ਸਰੂਪ ਦੇ, ਜਿਨੇ ਦਰਸ਼ਨ ਕਰਨੇ ਆ ਜਾਓ। ਜਿਉਂ-ਜਿਉਂ ਸੰਗਤ ਨੂੰ ਪਤਾ ਲੱਗਾ ਸਾਰੇ ਹੀ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਗਏ। ਅੱਜ ਕਿਉ ਪਾਇ ਨ ਕੋ ਲੈ ਆਏ। ਉਹਨਾਂ ਦੇ ਮਨ ਦਾ ਤੇ ਚਾਅ ਮਲਾਰ ਪੂਰਾ ਹੋ ਗਿਆ। ਪੈਰ ਧਰਤੀ ਤੇ ਨਹੀਂ ਲੱਗਦੇ ਪਟਨੇ ਦੀਆਂ ਸੰਗਤਾਂ ਤੇ। ਅਨੇਕਾਂ ਹੀ ਭਟਾਵਾਂ ਜੋ ਸਾਹਿਬਜ਼ਾਦੇ ਵਾਸਤੇ ਅਰਪਣ ਕਰਨ ਦੇ ਲਈ ਲੈ ਆਏ ਨਾਲ। ਪ੍ਰਥਮ ਕਰਹਿ ਦਰਸ਼ਨ ਹਰਿ ਖਾਏ। ਇਸ ਕਰਕੇ ਖੁਸ਼ ਹਨ ਵੀ ਅੱਜ ਪਹਿਲੀ ਵਾਰਾਂ ਮਹਾਰਾਜ ਦੇ ਸੁਪੁੱਤਰ ਦੇ ਸਾਹਿਬਜ਼ਾਦੇ ਦੇ ਅਸੀਂ ਦਰਸ਼ਨ ਕਰਾਂਗੀਆਂ। ਰੰਗਦਾਰ ਚਗਲੀ ਪਟ ਝੀਨ। ਤੇ ਇਸ ਤਰ੍ਹਾਂ ਰੰਗਦਾਰ ਸਰ ਸੰਗਤ ਸੂਖਮ ਕੱਪੜੇ ਦੀਆਂ ਬਰੀਕ ਝੱਗੀਆਂ ਜੀਆਂ ਬੜੀਆਂ ਸੋਹਣੀਆਂ ਬਣਾ ਕੇ ਲੈ ਆਏ। ਚਮਕਤ ਗੋਟਾ ਲਗਿਓ ਮਹੀਨ। ਜਿਹਦੇ ਆਲੇ ਦੁਆਲੇ ਬਹੁਤ
ਬਹੁਤ ਮਹਾਨ ਸੋਹਣਾ ਚਮਕਦਾਰ ਗੋਟਾ ਲੱਗਾ ਹੋਇਆ ਹੈ। ਅਨਕ ਭਾਂਤ ਕੀ ਹੁਤੀ ਸੁਤਿਆ ਕਿਉਂਕਿ ਪਹਿਲਾਂ ਹੀ ਤਿਆਰ ਕਰ ਕਰਕੇ ਰੱਖੀਆਂ ਸਨ ਝੱਗੀਆਂ ਭੇਟਾ ਕਰਨ ਨੂੰ, ਵੀ ਜਿੱਦਣ ਵੀ ਦਰਸ਼ਨ ਕਰਨ ਦਾ ਸਮਾਂ ਮਿਲੇਗਾ ਤੇ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਦੇ ਬਸਤਰ ਅਸੀਂ ਉਹਨਾਂ ਨੂੰ ਚੜਾਵਾਂਗੇ, ਭੇਟ ਕਰਾਂਗੇ। ਦਰਸ਼ਨ ਕਰ ਅਰਪਹਿ ਤਿਸ ਬਾਰ ਆ ਵੀ ਜਦੋਂ ਦਰਸ਼ਨ ਹੋਣਗੇ ਉਸ ਸਮੇਂ ਮਹਾਰਾਜ ਸਾਹਿਬ ਜੀ ਦੇ ਬਸਤਰ ਅਰਪਣ ਕਰ ਦਿਆਂਗੇ। ਐਵੇਂ ਪਟਨੇ ਦੀਆਂ ਸੰਗਤਾਂ ਨੇ ਪਹਿਲਾਂ ਹੀ ਬਰੀਕ ਸੂਖਮ ਕੱਪੜੇ ਦੀਆਂ ਝੱਗੀਆਂ ਰੰਗਦਾਰ ਗੋਟਾ ਲਾ ਕੇ ਤਿਆਰ ਕੀਤੀਆਂ ਹਨ। ਸੋ ਸੁਣ ਸੁਣ ਉਤਲਾਵਤ ਲਿਆਏ ਉਤਲਾਵਤ ਲਿਆਇਓ, ਸੁਣ ਸੁਣ ਕੇ ਬੜੀ ਕਾਲੀ ਨਾਲ ਲੈ ਕੇ ਆਏ ਨੇ ਵੀ ਸਾਡੀ ਸੇਵਾ ਲੇਖੇ ਪੈ ਜਾਏਗੀ ਅੱਜ। ਉਤਹਿ ਕਿਨਹੋ ਭੂਖਨ ਕਰਵਾ ਕਿਸੇ ਨੇ ਸੋਨੇ ਦੇ ਗਹਿਣੇ ਕਢਵਾ ਕੇ ਰੱਖੇ ਸਨ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸੁਪੁੱਤਰ ਨੂੰ ਪਹਿਨਾਵਾਂਗੇ। ਦਰਸ਼ਨ ਕੀ ਪ੍ਰਤੀਖਨਾ ਵਾਰੇ ਬਸ ਦਰਸ਼ਨਾਂ ਦੀ ਵਾਰੀ ਦੀ ਉਡੀਕ ਕਰ ਰਹੇ ਸਨ ਵੀ ਕਦੋਂ ਸਮਾਂ ਮਿਲੇ। ਪਹੁੰਚਤ ਭੈ ਸੇਖ ਸੇਵਕ ਸਾਰੇ ਜਿਉਂ-ਜਿਉਂ ਪਟਨੇ ਵਿੱਚ ਅੱਗੇ ਤੋਂ ਅੱਗੇ ਖਬਰ ਗਈ ਹੈ ਵੀ ਅੱਜ ਬਾਲ ਸਰੂਪ ਨੂੰ ਵਿਹੜੇ ਵਿੱਚ ਲਿਆ ਕੇ ਦਰਸ਼ਨ ਕਰਾਏ ਜਾਣਗੇ ਸਾਹਿਬਜ਼ਾਦੇ ਤੇ ਸੰਗਤਾਂ ਦੀ ਭੀੜ ਗੁਰੂ ਦਰਵਾਜ਼ੇ ਤੇ ਲੱਗ ਗਈ। ਦੋਹਰਾ ਫਰਸ਼ ਗਲੀਚੇ ਗਿਲਮ ਕੋ ਫਰਸ਼ ਵਿਛਾ ਦਿੱਤੇ ਗਏ, ਵਿਛਾਈਆਂ ਕੀਤੀਆਂ ਨੇ ਗਲੀਚੇ ਗਿਲਮ ਕੋ। ਗਿਲਮ ਗਲੀਚੇ ਇੱਕ ਤਾਂ ਹੁੰਦੇ ਆ ਗਲੀਚੇ ਸਿੱਧੇ ਪੱਧਰੇ ਦੇ, ਇੱਕ ਗਿਲਮ ਗਲੀਚੇ ਹੁੰਦੇ ਆ ਜਿਹੜੇ ਬਹੁਤ ਕੂਲੀਆਂ ਵਿਛਾਈਆਂ ਹੁੰਦੀਆਂ ਤਾਂ ਨੂੰ ਉੱਠੇ ਹੁੰਦੇ ਹਨ ਤੇ ਬੈਠਣ ਵਾਲੇ ਨੂੰ ਸੁੱਖ ਦਿੰਦੇ ਹਨ, ਭਾਵ ਕਿ ਪੋਲਾ ਆਸਣ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਗਿਲਮ ਗਲੀਚਿਆਂ ਦਾ ਫਰਸ਼ ਉਸੇ ਵੇਲੇ ਵਿਛਾਈ ਕਰਕੇ ਵਿਛਾ ਦਿੱਤਾ ਗਿਆ। ਇੱਕ ਸਾਰ ਬੜਾ ਸੋਹਣਾ ਕਹਿੰਦੇ ਵੀ ਗਲੀਚਿਆਂ ਦੇ ਨਾਲ ਫਰਸ਼ ਬਣਾਇਆ ਹੈ। ਕੰਚਨ ਖਿਜਤ ਪ੍ਰਿਯੰਕ ਕੇ ਫਿਰ ਜਿਹਦੇ ਵਿੱਚ ਸੋਨੇ ਦੀ ਜੜਤ ਹੋਈ ਹੈ, ਐਸਾ ਸੋਹਣਾ ਪਲੰਗਾ ਲੈ ਕਰਕੇ ਉਹ ਵੀ ਵਿਹੜੇ ਦੇ ਵਿੱਚ ਡਾਹ ਵਿਛਾ ਦਿੱਤਾ, ਜਿਹਦੇ ਉੱਤੇ ਬੜੇ ਸੋਹਣੇ ਸੁੰਦਰ ਬਸਤਰ ਵਿਛਾਈਆਂ ਗਈਆਂ ਹਨ। ਮਨੋਗ ਧਰੇ ਉਪਮਾ ਬੜੇ ਹੀ ਮਿਰਦਲ ਤੇ ਮਨੋਗ ਮਨ ਨੂੰ ਸੋਹਣੇ ਲੱਗਣ ਵਾਲੇ ਉਪਧਾਨ ਸਰਹਾਣੇ ਕੋਮਲ ਰੱਖ ਦਿੱਤੇ ਪਲੰਗੇ ਤੇ। ਸੇਜ ਬੰਦ ਸੁਠ ਜਰੀ ਮਹਾਨ ਸੇਜ ਬੰਦ ਪਹਿਲਾਂ ਬੰਨ੍ਹਦੇ ਹੁੰਦੇ ਸੀ ਵੀ ਹਵਾ ਦੇ ਨਾਲ ਚਾਦਰਾਂ ਨਾ ਉੱਡਣ, ਉਹ ਕੰਨੀਆਂ ਤੋਂ ਪਾਵਿਆਂ ਦੇ ਨਾਲ ਬੰਨ੍ਹ ਦਿੰਦੇ ਸਨ। ਤੇ ਜਿਹੜੀ ਸੇਜ ਬੰਦ ਹੈ ਕਹਿੰਦੇ ਉਹ ਵੀ ਰੇਸ਼ਮ ਦੀਆਂ ਡੋਰਾਂ, ਜਿਹਦੇ ਵਿੱਚ ਜਰੀ ਦਾ ਸੋਨੇ ਦਾ ਕੰਮ ਹੋਇਆ ਤਿੱਲੇ ਦਾ। ਬੜੀਆਂ ਸੋਹਣੀਆਂ ਸੇਜਾਂ ਬੰਦ ਜਿਹੜੀਆਂ ਹਨ ਬੰਨੀਆਂ ਵਿਛਾਈ ਵਾਸਤੇ। ਸ੍ਰੀ ਗੁਜਰੀ ਟਿਕ ਹੋਏ ਕਿਰਪਾਲ ਉਸ ਵੇਲੇ ਸ੍ਰੀ ਗੁਜਰੀ ਜੀ ਦੇ ਪਾਸ ਚਲੇ ਗਏ ਮਾਮਾ ਕਿਰਪਾਲ ਚੰਦ ਜੀ ਵੀ ਸਾਰੀ ਤਿਆਰੀ ਹੋ ਗਈ ਹੈ। ਦੋਹੇ ਹੱਥ ਨ ਪਰ ਲੈ ਬਰਬਾਲ ਬਾਲਕ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਦੋਵੇਂ ਹੱਥਾਂ ਤੇ ਲੈ ਲਿਆ। ਮਦ ਕਰ ਅਦਬ ਕਨੇਰਾ ਸਹਿਜੇ ਚੱਲਦੇ ਨੇ ਤੇ ਬਹੁਤਾ ਸਤਿਕਾਰ ਕਰਦਿਆਂ ਹੋਇਆਂ ਸ੍ਰੀ ਗੁਰੂ ਕੋ ਲਿਆਏ ਤਸਵੀਰਾ। ਸ਼੍ਰੀ ਬਾਲ ਸਰੂਪ ਵਿੱਚ ਗੁਰੂ ਕਲਗੀਧਰ ਸਾਹਿਬ ਨੂੰ ਉਸ ਵੇਲੇ ਕਿਰਪਾਲ ਚੰਦ ਜੀ ਸੰਗਤ ਵਿੱਚ ਲੈ ਆਏ। ਸੂਰਜਮੁਖੀ ਹੱਥ ਕਹਿਆ ਕੇ ਜਦੋਂ ਲੈ ਕੇ ਆ ਰਹੇ ਨੇ ਤਾਂ ਇੱਕ ਸਿੱਖ ਨੇ ਸੂਰਜਮੁਖੀ ਫੜਿਆ ਹੋਇਆ ਹੱਥਾਂ 'ਚ। ਸੂਰਜ ਵਰਗਾ ਗੋਲ ਜਿਹਾ ਪੱਖਾ ਨੂੰ ਸੂਰਜਮੁਖੀ ਕਹਿੰਦੇ ਹਨ। ਤੇ ਉਹ ਮਹਾਰਾਜ ਬਾਲ ਸਰੂਪ ਗੋਬਿੰਦ ਰਾਏ ਜੀ ਦੇ ਮੁਖ ਦੇ ਉੱਤੇ ਕੀਤਾ ਹੋਇਆ ਹੈ। ਇਹ ਸੂਰਜ ਦੇ ਸਿਰ ਧੂਪ ਨਾ ਲਾਗੇ। ਆ ਪੱਖਾ ਅੱਗੇ ਕਹਿੰਦੇ ਵੀ ਚਿਹਰੇ ਦੇ ਉੱਤੇ ਕੀਤਾ ਵੀ ਉਹ ਅੱਖਾਂ ਦੇ ਵਿੱਚ ਬਾਲਕ ਹੈ ਤਾਂ ਸੂਰਜ ਦੀ ਤੇਜ਼ ਰੋਸ਼ਨੀ ਬੱਚੇ ਦੇ ਅੱਖਾਂ 'ਚ ਨਾ ਪਵੇ। ਇਦਾਂ ਬਜ਼ੁਰਗ ਜਿਹੜੇ ਹਨ ਜੋ ਸਿਆਣੇ ਨੇ ਉਹ ਇਦਾਂ ਦੀ ਰੱਖਿਆ ਕਰਦੇ ਨੇ ਬੱਚਿਆਂ ਦੀ, ਕਿਉਂਕਿ ਅੱਖਾਂ ਤੇ ਸਿੱਧੀ ਰੋਸ਼ਨੀ ਨਾਲ ਅੱਖਾਂ ਤੇ ਨੇਤਰਾਂ ਤੇ ਅਸਰ ਹੁੰਦਾ। ਇਹ ਭਾਵਨਾ ਲੈ ਕੇ ਵੀ ਬਾਲਕ ਦੇ ਚਿਹਰੇ ਤੇ ਅੱਖਾਂ ਤੇ ਸੂਰਜ ਦੀ ਸਿੱਧੀ ਰੋਸ਼ਨੀ ਨਾ ਪਵੇ, ਪੱਖੇ ਦੇ ਨਾਲ ਚਿਹਰਾ ਢੱਕਿਆ ਹੋਇਆ ਹੈ। ਚਾਰ ਚਮਰਲੇ ਕਰ ਪਾਸੇ ਗੁਰੂ ਘਰ ਵਿੱਚ ਸਾਹਿਬਜ਼ਾਦਾ ਆਇਆ, ਇਸ ਕਰਕੇ ਬੜਾ ਸੋਹਣਾ ਚੌਰ ਸਾਹਿਬ ਲੈ ਕੇ ਸਿੱਖ ਪਿੱਛੇ ਆ ਰਹੇ ਨੇ। ਕਰਤ ਟੁਰਾਵਨ ਇਤ ਉਤਿਆਸੇ ਇਧਰ ਉਧਰ ਬੜਾ ਸੋਹਣਾ ਹਿਲਾ ਕੇ ਫੇਰ ਰਹੇ ਹਨ ਚੌਰ। ਗਾਵਨ ਲਗੇ ਸ਼ਬਦ ਸੁਖਕਾਰੀ ਸੁਖ ਦੇ ਦੇਣ ਵਾਲੇ ਸ਼ਬਦ ਕੀਰਤਨ ਦਾ ਗਾਇਨ ਹੋਣ ਲੱਗ ਪਿਆ। ਰਾਗ ਰਾਗਨੀ ਰੁਚਿ ਮਜਾ ਸੋਹਣੇ ਰਾਗ ਰਾਗਨੀਆਂ ਵਿੱਚ ਪਾ ਕੇ ਰਬਾਬੀ ਗੁਰਬਾਣੀ ਗਾਇਨ ਕਰਦੇ ਨੇ। ਭਜਹਿ ਰਬਾਬ ਮਰਦੰਗ ਉਦਾਰ ਰਬਾਬ ਵੱਜ ਰਹੀ ਹੈ, ਮਰਦੰਗ ਵੱਜ ਰਹੀ ਹੈ, ਬਹੁਤ ਹੀ ਉਦਾਰ ਸ਼ਬਦ ਹੋ ਰਿਹਾ ਏ। ਜਿਨ ਕੋ ਸ਼ਰਵਣ ਦੇਤ ਸੁਖ ਭਾਰਾ ਅੱਜ ਇਸ ਗੁਰਬਾਣੀ ਦੇ ਸ਼ਬਦਾਂ ਦੀ ਆਵਾਜ਼ਾਂ ਦੀ ਆਵਾਜ਼ ਕੰਨਾਂ 'ਚ ਭਾਰੀ ਸੁੱਖ ਦਿੰਦੀ ਹੈ ਸੁਣਨ ਵਾਲੇ ਨੂੰ।
ਪਟਨੇ ਕੀ ਸੰਗਤ ਆਏ। ਸਾਰੇ ਪਟਨੇ ਸ਼ਹਿਰ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਬਾਲ ਸਰੂਪ ਦੀਆਂ ਆ ਗਈਆਂ। ਅਨੇਕ ਪ੍ਰਕਾਰ ਉਪਾਇ ਨ ਲਿਆਏ। ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਆਏ ਨੇ ਮਹਾਰਾਜ ਨੂੰ ਅਰਪਣ ਲਈ। ਕਰ ਕਰ ਹਿਰਦੇ ਕਾਮਨਾ ਆਏ। ਆ ਹਿਰਦੇ 'ਚ ਕਾਮਨਾ ਧਾਰਨ ਕਰ ਕਰਕੇ ਆ ਰਹੇ ਨੇ ਵੀ ਸਤਿਗੁਰਾਂ ਦੇ ਬਾਲ ਸਰੂਪ ਦੇ ਦਰਸ਼ਨ ਕਰਨੇ ਹਨ ਤੇ ਆ ਇੱਛਾ ਪੂਰੀ ਹੋਵੇ। ਦਰਸ਼ਨ ਕਰਤ ਪਾਏ ਮਨ ਭਾਏ। ਤੇ ਜੋ ਵੀ ਬਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਮਨ ਭਾਉਂਦੇ ਫਲ ਪਾ ਰਹੇ ਹਨ। ਹੁਣ ਲੱਗੀ ਅਰਦਾਸ ਗਾਰੇ। ਅਰਦਾਸੀ ਸਿੱਖ ਅਰਦਾਸਾਂ ਕਰਨ ਲੱਗ ਪਏ ਮਹਾਰਾਜ ਨਾਵੇਂ ਸਤਿਗੁਰਾਂ ਦਾ ਨਾਮ ਲੈ ਕੇ ਸਾਹਿਬਜ਼ਾਦੇ ਅੱਗੇ ਵੀ ਆ ਵਸਤੂਆਂ ਸੰਗਤ ਦੀਆਂ ਪ੍ਰਵਾਨ ਕਰਿਓ। ਵਸਤਰ ਵਿਭੂਖਨ ਅਰਪਤ ਭਾਰੇ। ਆ ਕੋਈ ਬਸਤਰ ਅਰਪ ਰਿਹਾ ਏ, ਕੋਈ ਗਹਿਣੇ ਮਹਾਰਾਜ ਸਾਹਿਬ ਜੀ ਦੇ ਅੱਗੇ ਭੇਟਾ ਕਰ ਰਿਹਾ। ਬਹੁਰੂ ਸ਼ਾਹੇ ਭੀਖ ਬੁਲਵਾਈ। ਆ ਸੋ ਇਸ ਤਰ੍ਹਾਂ ਜਦੋਂ ਸੰਗਤ ਦੀ ਭੀੜ ਹੋ ਗਈ ਮਾਤਾ ਜੀ ਚਾਹੁੰਦੇ ਵੀ ਇਹ ਸਨ ਵੀ ਜਦੋਂ ਬਹੁਤੀ ਸੰਗਤ ਹੋਵੇ ਤੇ ਉਦੋਂ ਫਕੀਰ ਨੂੰ ਵਿਖਾਇਓ, ਉਦੋਂ ਦਰਸ਼ਨ ਕਰਾਇਓ। ਫਿਰ ਭੀਖਮ ਸ਼ਾਹ ਫਕੀਰ ਨੂੰ ਵੀ ਅੰਦਰ ਆਵਾਜ਼ ਮਾਰ ਕੇ ਬੁਲਾਉਣਾ ਚਾਹਿਆ ਕਿਰਪਾਲ ਚੰਦ ਜੀ ਨੇ। ਮਨ ਬਾਚਤ ਦਰਸ਼ੋ ਸੁਖਦਾਈ। ਆ ਭੀਖਮ ਸ਼ਾਹ ਦੇ ਕੋਲ ਜਾ ਕੇ ਕਿਹਾ ਸਾਈਂ ਜੀ ਜੋ ਤੁਹਾਡੀ ਚਾਹਨਾ ਸੀ ਉਹ ਪੂਰੀ ਹੋਈ ਹੈ। ਆਪਣੇ ਮਨ ਇੱਛਤ ਸੁਖ ਦੇਣ ਵਾਲੀ ਜਿਹੜੀ ਗੱਲ ਕਰੋ, ਜਾ ਕੇ ਸਾਹਿਬਜ਼ਾਦੇ ਦੇ ਮਨ ਭਾਉਂਦੇ ਦਰਸ਼ਨ ਕਰ ਲੋ ਘਰ ਵਿੱਚ। ਹਰਕਤ ਉਰੇ ਉਠ ਅੰਤਰ ਹੋਵਾ। ਆ ਜਦੋਂ ਸਾਧ ਸੰਗਤ ਜੀ ਇਹ ਸੁਨੇਹਾ ਮਿਲਿਆ ਵੀ ਫਕੀਰ ਸਾਈਂ ਜੀ ਆ ਜਾਓ ਤੁਸੀਂ ਵੀ ਦਰਸ਼ਨ ਕਰ ਲੋ ਤੇ ਮਨ ਬਾਸ਼ਤ ਦਰਸੋ ਸੁਖਦਾਇਬ ਹਰਕਤ ਉਰ ਉਠ ਅੰਤਰ ਹੋਵਾ। ਕਹਿੰਦੇ ਵੀ ਬਹੁਤ ਖੁਸ਼ੀ ਦੇ ਨਾਲ ਕਾਲੀ ਨਾਲ ਭੀਖਮ ਸ਼ਾਹ ਫਕੀਰ ਆਪਣੇ ਦੋਵੇਂ ਮੁਰਸ਼ਿਦਾਂ ਚ ਆਪਣੇ ਸੇਵਕ ਚੇਲਿਆਂ ਨੂੰ ਨਾਲ ਲੈ ਕੇ ਘਰ ਦੇ ਵਿਹੜੇ ਵਿੱਚ ਆ ਗਿਆ। ਇਤ ਸਮੀਪ ਕਾ ਅਦਬ ਖਰੂਵਾ। ਤੇ ਜਿੱਥੇ ਪਲੰਘੇ ਦੇ ਉੱਤੇ ਕਿਰਪਾਲ ਚੰਦ ਜੀ ਬੈਠੇ ਹਨ ਤੇ ਬਾਲ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਗੋਦ ਵਿੱਚ ਨੇ ਆ ਕੇ ਪਲੰਘੇ ਦੇ ਦੋਵੇਂ ਹੱਥ ਜੋੜ ਕੇ ਅਦਬ ਦੇ ਨਾਲ ਖਲੋ ਗਿਆ। ਬੰਧਨ ਕਰ ਤਸਬੀਹ ਜਿਸ ਹਾਥ। ਜਿਸ ਇਹਦੇ ਹੱਥ ਵਿੱਚ ਮਾਲਾ ਫੜੀ ਹੋਈ ਆ ਉਸ ਭੀਖਮ ਸ਼ਾਹ ਨੇ ਨਮਸਕਾਰ ਕੀਤੀ ਦੋਵੇਂ ਹੱਥ ਜੋੜ ਕੇ ਸਾਹਿਬਜ਼ਾਦੇ ਨੂੰ। ਬੋਲਤ ਭਇਓ ਸੁਸ਼ੁਤ ਸੁਭਗਾਸ। ਆ ਸ਼ੁਭ ਬਚਨ ਵਡਿਆਈ ਦੇ ਬਚਨ ਉਸਤੀ ਦੇ ਬਚਨ ਕਹਿਣ ਲੱਗਾ ਹੈ। ਪਾਕ ਵਿਪਾਕ ਰਹੀਮ ਕਬੀਰ। ਹੱਥ ਜੋੜ ਕੇ ਮਹਾਰਾਜ ਜੀ ਦੇ ਬਾਲਾ ਪ੍ਰੀਤਮ ਅੱਗੇ ਫਕੀਰ ਕਹਿੰਦਾ ਪਾਕ ਵਿਪਾਕ ਭਾਵ ਪਵਿੱਤਰ ਤੋਂ ਵੀ ਪਵਿੱਤਰ ਸਰੂਪ ਹੈ ਮਹਾਰਾਜ। ਰਹੀਮ ਰਹਿਮਤਾਂ ਕਰਨ ਵਾਲੇ ਕਬੀਰ ਵੱਡਿਆਂ ਤੋਂ ਵੱਡੇ ਹੋ ਆਪ। ਬਖਸ਼ੋ ਗੁਣ ਹੈ ਪੀਰ ਕੇ ਪੀਰ। ਮਹਾਰਾਜ ਤੁਸੀਂ ਪੀਰਾਂ ਦੇ ਵੀ ਪੀਰ ਹੋ, ਮੇਰੇ ਗੁਨਾਹ ਬਖਸ਼ ਦਿਓ, ਮੇਰੇ ਔਗਣ ਮਾਫ ਕਰ ਦਿਓ। ਸ੍ਰੀ ਨਾਨਕ ਸ੍ਰੀ ਕਾਲੂ ਨੰਦਨ। ਆ ਤੁਸੀਂ ਹੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਹੋ ਕੇ ਆਏ। ਪਹਿਲਾਂ ਕਾਲੂ ਜੀ ਦੇ ਸੁਪੁੱਤਰ ਹੋ ਕਰਕੇ ਬਾਬਾ ਕਲਿਆਣ ਚੰਦ ਜੀ ਦੇ ਘਰ। ਸ੍ਰੀ ਬੇਦੀ ਕੁਲ ਚੰਦ ਸੁਬੰਦਨ। ਮਹਾਰਾਜ ਤੁਸੀਂ ਹੀ ਬੇਦੀਆਂ ਦੀ ਕੁਲ ਦੇ ਚੰਦ ਸੋ, ਤੁਹਾਡੇ ਚਰਨਾਂ ਤੇ ਮਹਾਰਾਜ ਚੰਦ ਸੋ ਬੰਦਨ। ਜੋ ਤੁਹਾਡੇ ਚਰਨ ਹਨ ਪਵਿੱਤਰ ਚਰਨ ਉਹਨਾਂ ਦੇ ਮਹਾਰਾਜ ਸਾਹਿਬ ਜੀ ਮੇਰੀ ਬੰਦਨਾ ਹੈ। ਉਹਨਾਂ ਚਰਨਾਂ ਤੇ ਮੇਰੀ ਨਮਸਕਾਰ ਹੈ। ਬੇਦੀ ਕੁਲ ਦੇ ਚੰਦ ਤੁਸੀਂ ਬੰਦਨਾ ਕਰਨ ਦੇ ਯੋਗ ਹੋ। ਬੇਨਤੀ 10ਵੇਂ ਪਾਤਸ਼ਾਹ ਅੱਗੇ ਕਰ ਰਿਹਾ ਪਰ ਏਕਤਾ ਵਿਖਾ ਰਿਹਾ ਹੈ ਫਕੀਰ। ਭੀਖਮ ਸ਼ਾਹ ਕਹਿੰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਹੀ ਗੁਰੂ ਨਾਨਕ ਰੂਪ ਹੋ ਕੇ ਸਤਿਗੁਰੂ ਜੀ ਬਾਬਾ ਕਲਿਆਣ ਚੰਦ ਜੀ ਦੇ ਘਰ ਬੇਦੀਆਂ ਦੀ ਕੁਲ ਦੇ ਵਿੱਚ ਚੰਦਰਮਾ ਦੀ ਨਿਆਈ ਪ੍ਰਗਟ ਹੋਏ। ਬੰਦਨਾ ਕਰਨ ਦੇ ਯੋਗ ਤੁਹਾਨੂੰ ਮੈਂ ਮੱਥਾ ਟੇਕਦਾ ਹਾਂ। ਜਸ ਬਿਲੰਦ ਆਨੰਦ ਮੁਕੰਦ। ਅਨੰਦ ਫਿਰ ਮਹਾਰਾਜ ਤੁਹਾਡਾ ਸੁਜਸ ਬਿਲੰਦ ਹੈ, ਬਹੁਤਾ ਹੀ ਸ੍ਰੇਸ਼ਟ ਜਸ ਹੈ। ਅਨੰਦ ਨਿੰਦਾ ਤੋਂ ਰਹਿਤ ਤੁਹਾਡੀ ਕੋਈ ਨਿੰਦਾ ਨਹੀਂ ਕਰ ਸਕਦਾ। ਮੁਕੰਦ ਮੁਕਤੀ ਦੇ ਦਾਤੇ ਗੁਰੂ ਨਾਨਕ ਰੂਪ ਵੀ ਤੁਸੀਂ ਆਪ ਹੀ ਹੋ। ਖਲਕ ਮੁਬਾਰਕ ਦਿਪਹੁ ਅਮੰਦ। ਦਿਪਹੁ ਅਮੰਦ ਫਿਰ ਮਹਾਰਾਜ ਸਾਹਿਬ ਜੀ ਆਪ ਚੰਦ ਵਾਂਗੂ ਅਮੰਦ ਕੀ ਹੁੰਦਾ ਪ੍ਰਕਾਸ਼ ਕਰ ਰਹੇ ਹੋ ਤੇ ਸਾਰੀ ਜਿਹੜੀ ਖਲਕਤ ਹੈ ਮੁਬਾਰਕਾਂ ਦੇ ਰਹੀ ਹੈ ਆਪ ਜੀ ਦੇ ਆਗਮਨ ਤੇ। ਰਾਏ ਬੁਲਾਰ ਉਧਾਰਨ ਕਰਿਓ। ਤੁਸੀਂ ਹੀ ਮਹਾਰਾਜ ਗੁਰੂ ਨਾਨਕ ਰੂਪ ਹੋ ਕੇ
ਸਾਡੇ ਮੁਸਲਮਾਨਾਂ ਦੇ ਵਿੱਚੋਂ ਰਾਏ ਬਲਾਰ ਦਾ ਉਧਾਰ ਕੀਤਾ ਸੇਵਕ ਬਣਾ ਕੇ। ਦੌਲਤ ਕਾ ਕੋ ਦੁਖ ਪਰ ਹਰਿਓ। ਤੁਸੀਂ ਹੀ ਨਵਾਬ ਦੌਲਤ ਖਾਨ ਦਾ ਮਹਾਰਾਜ ਮਸਜਿਦ ਵਿੱਚ ਲਿਜਾ ਕੇ ਉਹਨੂੰ ਉਪਦੇਸ਼ ਦੇ ਕੇ ਦੁੱਖ ਦੂਰ ਕੀਤਾ ਸੀ ਜਦੋਂ ਨਵਾਜ਼ ਪੜ੍ਹੀ ਸੁਲਤਾਨਪੁਰ। ਪੀਰ ਬਿਰਾਦ ਕੇਤਕ ਮੁਲਤਾਨ। ਫਿਰ ਮੁਲਤਾਨ ਸ਼ਹਿਰ ਦੇ ਵਿੱਚ ਕਿੰਨੇ ਹੀ ਮੁਸਲਮਾਨ ਫਕੀਰ ਸਨ, ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਵੀ ਸ਼ਾਂਤੀ ਬਖਸ਼ੀ ਹੈ। ਸਭ ਕੋ ਸ਼ਾਂਤ ਦੀਨ ਦੁਖਹਾਨ। ਸਾਰਿਆਂ ਦੇ ਮਹਾਰਾਜ ਦੁੱਖ ਦੂਰ ਕਰਕੇ ਮੁਲਤਾਨ ਦੇ ਬਹੁਤੇ ਫਕੀਰ ਜਿਹੜੇ ਪੀਰ ਸਨ ਉਹਨਾਂ ਨੂੰ ਸ਼ਾਂਤੀ ਆਨੰਦ ਬਖਸ਼ਿਆ ਆਪ ਜੀ ਨੇ। ਆਪਰ ਹਿੰਦ ਤੁਰਕਨ ਕਿਆ ਗਿਣਤੀ। ਫਿਰ ਮਹਾਰਾਜ ਉਸ ਤੋਂ ਇਲਾਵਾ ਹੋਰ ਕੀ ਹਿੰਦੂ ਕੀ ਮੁਸਲਮਾਨ ਕਿੰਨੀ ਕੁ ਗਿਣਤੀ ਕਰਕੇ ਦੱਸਾਂ। ਨਿਹਾਲ ਸੁਣ ਸੁਣ ਬਿਨਤੀ। ਬਾਦਸ਼ਾਹ ਬੇਨਤੀਆਂ ਸੁਣ ਸੁਣ ਕੇ ਆਪ ਜੀ ਨੇ ਅਨੇਕਾਂ ਨੂੰ ਨਿਹਾਲ ਕੀਤਾ। ਜੋ ਸ਼ਰਨ ਆਨ ਕਰ ਪਰਿਓ। ਜਿਹੜਾ ਜਿਹੜਾ ਵੀ ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਕੇ ਜੀਵ ਪੈ ਗਿਆ। ਕਿਰਪਾ ਦ੍ਰਿਸ਼ਟ ਕਰ ਜਿਸੈ ਨਿਹਾਰਿਓ। ਜਿਹਨੂੰ ਵੀ ਮਹਾਰਾਜ ਕਿਰਪਾ ਦ੍ਰਿਸ਼ਟੀ ਦੇ ਨਾਲ ਤੁਸੀਂ ਵੇਖਿਆ ਹੈ, ਸੋ ਚਤੁਰ ਪਦਾਰਥ ਪਾਪ। ਉਸੇ ਨੂੰ ਚੌਵੇਂ ਹੀ ਪਦਾਰਥ ਮਿਲ ਗਏ, ਧਰਮ ਅਰਥ ਕਾਮ ਮੋਖ ਭਾਵ ਸਾਰੀਆਂ ਖਾਸ਼ਾਂ ਪੂਰੀਆਂ ਹੋ ਗਈਆਂ ਜਿੱਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋ ਗਈ। ਅਬਿਰ ਦੇ ਲਿਵ ਸਤਿ ਸੁਜਾਪਤ। ਉਹਦੀ ਮਹਾਰਾਜ ਲਿਵ ਲੱਗ ਗਈ ਤੇ ਦਿਲ ਵਿੱਚ ਸਤਨਾਮ ਦਾ ਜਾਪ ਕਰਨ ਲੱਗ ਪਿਆ। ਰੱਬ ਦਿਨ ਕੋ ਕਛੁ ਨ ਰਹਿਓ। ਉਹਨਾਂ ਵਾਸਤੇ ਕੋਈ ਵੀ ਵਸਤੂ ਦੁਰਲੱਭ ਨਹੀਂ ਰਹੀ, ਭਾਵ ਕੋਈ ਵੀ ਚੀਜ਼ ਪ੍ਰਾਪਤ ਕਰਨੀ ਔਖੀ ਨਹੀਂ ਰਹੀ ਉਹਨਾਂ ਵਾਸਤੇ। ਰਾਹ ਵਰਨੇ ਜਿਸ ਕੋ ਨਿਜ ਲਹਿਓ। ਜਿਹਨੂੰ ਮਹਾਰਾਜ ਜੀ ਉਹ ਆਪ ਜੀ ਨੇ ਆਪਣਾ ਬਣਾ ਲਿਆ ਉਹਦੇ ਵਾਸਤੇ ਕੋਈ ਚੀਜ਼ ਪ੍ਰਾਪਤ ਕਰਨੀ ਔਖੀ ਨਹੀਂ। ਸੂਰਤ ਸੁੰਦਰ ਮੂਰਤ ਪਾਕ। ਆ ਸੂਰਤ ਸੁੰਦਰ ਮੂਰਤ ਪਾਕ ਆਪ ਜੀ ਦੀ ਮਹਾਰਾਜ ਜੋ ਸੂਰਤ ਹੈ ਆਪ ਦਾ ਮੁਖਾਰਬਿੰਦ ਬੜਾ ਸੁੰਦਰ ਹੈ। ਮੂਰਤ ਪਾਕ ਤੁਹਾਡਾ ਜੋ ਸਰੂਪ ਹੈ ਸਾਰਾ ਇਹ ਬੜਾ ਪਵਿੱਤਰ ਹੈ। ਮਰੋ ਦਰਸ਼ਨ ਨਾਹੇ ਜਮ ਬਾਕ। ਤੁਹਾਡੇ ਦਰਸ਼ਨ ਕਰਨ ਦੇ ਨਾਲ ਭੀਖਮ ਸ਼ਾਹ ਕਹਿੰਦਾ ਮਹਾਰਾਜ ਜਮਾਂ ਦੀ ਬਾਕੀ ਨਹੀਂ ਰਹਿੰਦੀ, ਜਮਾਂ ਦਾ ਡਰ ਨਹੀਂ ਰਹਿ ਜਾਂਦਾ। ਜਾਹਰ ਜਗ ਮਹਿ ਜਬਰ ਜਹੂਰ। ਜਾਹਰ ਜਗ ਮੈਂ ਪ੍ਰਗਟ ਹੋ ਮਹਾਰਾਜ ਤੁਸੀਂ ਜਗ ਦੇ ਵਿੱਚ ਜਬਰ ਹੁੰਦਾ, ਡਾਢਾ ਜ਼ਹੂਰ ਹੁੰਦਾ ਹੈ ਪ੍ਰਤਾਪ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਡਾਢਾ ਪ੍ਰਤਾਪ ਡਾਢਾ ਪ੍ਰਕਾਸ਼ ਹੋ ਰਿਹਾ ਸੰਸਾਰ ਵਿੱਚ ਪ੍ਰਗਟ ਹੀ। ਹਾਜ਼ਰ ਜਾਹੇ ਕਹਿ ਦਾਸ ਹਜੂਰ। ਜਿੱਥੇ ਕਿੱਥੇ ਵੀ ਮਹਾਰਾਜ ਆਪ ਜੀ ਦੇ ਜਿਹੜੇ ਦਾਸ ਸੇਵਕ ਤੁਹਾਨੂੰ ਯਾਦ ਕਰਦੇ ਨੇ ਉੱਥੇ ਹੀ ਆਪ ਹਾਜ਼ਰ ਹੋ ਜਾਂਦੇ ਹੋ, ਭਾਵ ਹਾਜ਼ਰਾ ਹਜੂਰ ਹਰ ਸਮੇਂ ਸੇਵਕਾਂ ਦੇ ਅੰਗ ਸੰਗ ਰਹਿੰਦੇ ਹੋ। ਗਾਫਲ ਗੰਜ ਗਰੀਬ ਰਿਵਾਜ। ਜਿਹੜੇ ਗਾਫਲ ਹਨ ਮਹਾਰਾਜ ਜੀ ਜਿਹੜੇ ਭੁੱਲੇ ਹੋਏ ਨੇ ਗਾਫਲਤਾ ਦੇ ਕਾਰਨ ਉਹਨਾਂ ਨੂੰ ਗੰਜਣ ਵਾਲੇ, ਗੰਜ ਹੁੰਦਾ ਟੋਟੇ ਕਰਨਾ ਟੁਕੜੇ ਕਰਨਾ, ਭਾਵ ਗਾਫਲ ਲੋਕਾਂ ਨੂੰ ਨਾਸ਼ ਕਰਨ ਵਾਲੇ ਹੋ। ਗਰੀਬ ਨਵਾਜ ਤੇ ਜਿਹੜੇ ਸ਼ਰਨ ਆਏ ਗਰੀਬ ਨੇ ਉਹਨਾਂ ਨੂੰ ਨਵਾਜਣ ਵਾਲੇ ਵਡਿਆਉਣ ਵਾਲੇ ਹੋ। ਇਹ ਕਦੀਮ ਤੁਮ ਕਰਤੇ ਕਾਜ। ਪਾਤਸ਼ਾਹ ਜੀ ਇਹ ਕਦੀਮ ਮੁੱਢ ਤੋਂ ਆਦ ਤੋਂ ਹੀ ਤੁਹਾਡਾ ਸੁਭਾਅ ਹੈ, ਅੱਜ ਦੀ ਗੱਲ ਨਹੀਂ। ਮੁੱਢ ਤੋਂ ਹੀ ਆਪ ਕਿਉਂਕਿ ਖੁਦਾ ਦਾ ਰੂਪ ਹੋ ਤੇ ਆਦ ਤੋਂ ਹੀ ਤੁਹਾਡੀ ਮਰਿਆਦਾ ਇਹ ਹੈ ਵੀ ਮੁੱਢ ਤੋਂ ਗਰੀਬਾਂ ਨੂੰ ਨਵਾਜਦੇ ਤੇ ਦੁਸ਼ਟਾਂ ਦਾ ਨਾਸ਼ ਕਰਦੇ ਆਏ ਹੋ। ਜਸ ਜਿਤ ਚਾਹੋ ਕਰੋ ਤਸ ਮਾਲਕ। ਮਹਾਰਾਜ ਤੁਸੀਂ ਮਾਲਕ ਹੋ ਜਗਤ ਦੇ। ਭੀਖਮ ਸ਼ਾਹ ਬਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜੋ ਤੁਸੀਂ ਚਾਹੋ ਉਸੇ ਤਰ੍ਹਾਂ ਹੀ ਕਰਦੇ ਜਾਂ ਕਰ ਸਕਦੇ ਹੋ। ਸਿਰਜਣਹਾਰ ਖਲਕ ਕੋ ਪਾਲਕ। ਕਿਉਂਕਿ ਸਾਰੇ ਜਗਤ ਨੂੰ ਤੁਸੀਂ ਸਿਰਜਣਹਾਰ ਹੋ, ਸਾਰੀ ਖਲਕਤ ਦੀ ਪਾਲਣਾ ਕਰਨ ਵਾਲੇ ਹੋ। ਲਗਿਓ ਆਨ ਮੈਂ ਕਦਮ ਤੁਮਾਰੇ। ਪਾਤਸ਼ਾਹ ਮੈਂ ਦੂਰੋਂ ਚੱਲ ਕੇ ਤੁਹਾਡੇ ਚਰਨੀ ਆ ਕੇ ਲੱਗਾ, ਤੁਹਾਡੇ ਚਰਨਾਂ ਦਾ ਆਸਰਾ ਲਿਆ ਹੈ। ਤੂੰ ਜੋ ਹਿਰਦੇ ਮਨੋਰਥ ਸਾਰੇ। ਤੁਸੀਂ ਦਿਲ ਦੇ ਸਾਰੇ ਮਨੋਰਥ ਆਪਣੇ ਸੇਵਕਾਂ ਦੇ ਬੁੱਝ ਲੈਂਦੇ ਜਾਣ ਲੈਂਦੇ ਹੋ। ਆਪਣੇ ਪੰਥ ਵਿਖੇ ਮਮ ਟੁਕਰਾ। ਤੇ ਕਿਰਪਾ ਕਰੋ ਮਹਾਰਾਜ ਜਿਹੜਾ ਤੁਸੀਂ ਪੰਥ ਪ੍ਰਗਟ ਕਰੋਗੇ ਉਹ ਪੰਥ ਵਿੱਚ ਮੇਰਾ ਵੀ ਟੁਕੜਾ ਬਣਿਆ ਰਵੇ, ਟੁਕੜਾ ਬਣਿਆ ਰਵੇ, ਭਾਵ ਮੇਰਾ ਕੋਈ ਸੰਬੰਧ ਤੁਹਾਡੇ ਨਾਲ ਜੁੜਿਆ ਰਵੇ, ਮੇਰੀ ਮਹਾਰਾਜ ਤੁਹਾਡੇ ਨਾਲ ਸਾਂਝ ਬਣੀ ਰਹੇ। ਜੇ ਰੱਖੋ ਤੁਮ ਕਰੋ ਨਾ ਉਖਰਾ। ਜੇ ਰਾਖੋ ਤੁਮ ਕਰੋ ਨਾ ਉਖਰਾ। ਮਹਾਰਾਜ ਜੇ ਤੁਸੀਂ ਰੱਖ ਲਵੋ ਤੇ ਪਾਤਸ਼ਾਹ ਜਿਵੇਂ ਤੁਸੀਂ ਤੁਰਕਾਂ ਦੀਆਂ ਜੜ੍ਹਾਂ ਪੱਟਣ ਆਏ ਹੋ, ਕਿਉਂਕਿ ਜਦੋਂ ਫਕੀਰ ਨੇ ਉੱਥੇ ਨਮਸਕਾਰ ਕੀਤੀ ਨਾ ਆਪਣੇ ਬੈਠੇ ਹੋਏ ਕੜਾਮ ਨਗਰ 'ਚ ਤੇ ਆਪਣੇ ਚੇਲਿਆਂ ਨੂੰ ਕਿਹਾ ਸੀ ਵੀ ਉਹ ਰੂਪ ਪ੍ਰਗਟ ਹੋ ਆਇਆ ਜਿਹੜਾ ਇਹ ਸਾਡੇ ਤੁਰਕ ਜਿਹੜੇ ਰਾਜ ਭਾਗ ਤੇ ਬੈਠੇ ਤੇ ਗਰੀਬ ਲੋਕਾਂ ਨੂੰ ਤੰਗ ਕਰਦੇ ਇਹਨਾਂ ਦੀਆਂ ਜੜ੍ਹਾਂ ਪੁੱਟਣ ਵਾਲੇ ਆਏ ਨੇ, ਵੀ ਤੁਰਕਾਂ ਦਾ ਨਾਸ਼ ਕਰ ਦੇਣਾ ਇਹਨਾਂ ਨੇ।
ਜੇ ਫਕੀਰ ਇਸ ਕਰਕੇ ਫਕੀਰ ਭੀਖਮਸ਼ਾ ਇਸ ਕਰਕੇ ਬੇਨਤੀ ਇਹ ਕਰਦਾ ਵੀ ਮਹਾਰਾਜ ਤੁਰਕਾਂ ਦੀਆਂ ਜੜ੍ਹਾਂ ਤਾਂ ਤੁਸੀਂ ਪੁੱਟਣੀਆਂ ਹੀ ਆ, ਪਰ ਪਾਤਸ਼ਾਹ ਉਹਨਾਂ ਦੇ ਨਾਲ ਕਿਤੇ ਸਾਡੀਆਂ ਵੀ ਨਾ ਪੁੱਟ ਦਿਓ, ਵੀ ਉਹਨਾਂ ਦੇ ਵਿੱਚ ਸਾਨੂੰ ਨਾ ਲਪੇਟ ਦਿਓ, ਵੀ ਉਹ ਰੰਗੇ ਆਦਿਕ ਜਿਹੜੇ ਦੁਸ਼ਟ ਹਨ ਉਹਨਾਂ ਨਾਲ ਸਾਨੂੰ ਵੀ ਬਾਕੀ ਮੁਸਲਮਾਨਾਂ ਨੂੰ ਨਾ ਮਾਰ ਦਿਓ। ਸਾਡਾ ਤੁਹਾਡੇ ਘਰ ਨਾਲ ਸੰਬੰਧ ਜੁੜਿਆ ਰਹੇ, ਸਾਡਾ ਮਹਾਰਾਜ ਤੁਹਾਡੇ ਨਾਲ ਪ੍ਰੇਮ ਬਣਿਆ ਰਹੇ, ਇਹ ਕਿਰਪਾ ਕਰੋ। ਜੇ ਰਾਖੋ ਤੁਮ, ਜੇ ਤੁਸੀਂ ਮਹਾਰਾਜ ਸਾਨੂੰ ਰੱਖ ਲਵੋ, ਕਰੋ ਨਾ ਉਖਰਾ, ਤੇ ਸਾਡੀਆਂ ਮਹਾਰਾਜ ਜੇ ਤੁਸੀਂ ਜੜ੍ਹਾਂ ਨਾ ਉਖਾੜੋ, ਕਿਤੇ ਦੁਸ਼ਟਾਂ ਦੇ ਨਾਲ ਸਾਨੂੰ ਨਾ ਲਪੇਟੋ। ਸਭ ਤੁਰਕਣ ਤੇ ਰੱਖੋ ਨਿਰਾਲਾ। ਸਾਨੂੰ ਮਹਾਰਾਜ ਇਹਨਾਂ ਤੁਰਕਾਂ ਤੋਂ ਜਿਹੜੇ ਰਾਜ ਭਾਗ ਕਰਦੇ ਹਨ, ਇਹਨਾਂ ਤੋਂ ਵੱਖਰੇ ਹੀ ਜਾਣਿਓ, ਆਪਣੇ ਪ੍ਰੇਮੀ ਜਾਣਿਓ, ਉਹਨਾਂ ਦਾ ਤੁਸੀਂ ਨਾਸ਼ ਕਰਨਾ, ਪਰ ਸਾਨੂੰ ਬਚਾ ਕੇ ਰੱਖਿਓ। ਹੋ ਪਰ ਕਰਕੇ ਕਰਮ ਕਿਰਪਾਲਾ। ਪਾਤਸ਼ਾਹ ਮੇਰੇ ਉੱਤੇ ਮੇਰੇ ਅਰਗੇ ਹੋਰ ਜਿਹੜੇ ਆਪ ਜੀ ਦੇ ਪ੍ਰੇਮੀ ਹਨ, ਰੱਬ ਦੇ ਬੰਦੇ, ਉਹਨਾਂ ਦੇ ਕਰਮ ਬਖਸ਼ੀ ਕਰਕੇ ਕਿਰਪਾਲੂ ਹੋ ਕੇ ਰਹਿਮਤ ਕਰਿਓ। ਤੋ ਅਬ ਪਤਾ ਮੋਵੇ ਕੋ ਦਈਏ। ਤੇ ਨਾਲ ਹੀ ਫਕੀਰ ਕਹਿੰਦਾ ਵੀ ਮਹਾਰਾਜ ਮੈਂ ਹੁਣ ਇੱਕ ਪਤਾ ਚਾਹੁੰਦਾ ਹਾਂ, ਵੀ ਜੇ ਤੁਸੀਂ ਸਾਨੂੰ ਨਹੀਂ ਕੁਝ ਕਹੋਗੇ, ਸਾਡੀ ਕਿਰਪਾ ਕਰਕੇ ਰੱਖਿਆ ਕਰੋਗੇ, ਤਾਂ ਇੱਕ ਮੈਨੂੰ ਪਤਿਆਵਾ ਦਿਓ, ਮੈਂ ਇੱਕ ਪਰਖ ਕਰਨੀ ਚਾਹੁੰਦਾ ਹਾਂ ਹੁਣੇ ਹੀ। ਮਾਮੇ ਉਰੇ ਅੰਤਰ ਕੀ ਲਖ ਮੇਰੇ ਦਿਲ ਦੀ ਮਹਾਰਾਜ ਜਿਹੜੀ ਗੱਲ ਹੈ ਤੁਸੀਂ ਜਾਣ ਲੈਣਾ ਕਰੋ। ਵੇਖੋ ਬਾਲ ਸਰੂਪ ਨੇ 3 ਮਹੀਨਿਆਂ ਦੇ ਉਦੋਂ ਹੀ ਪਰਖ ਕਰ ਰਿਹਾ। ਸਾਈਂ ਨੂੰ ਪਤਾ ਏ ਵੀ ਜਿਹੜੀ ਆਤਮਿਕ ਸ਼ਕਤੀ ਹੁੰਦੀ ਉਹਦਾ ਸਰੀਰਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ, ਸਰੀਰ ਛੋਟਾ ਤੇ ਵੱਡਾ ਹੁੰਦਾ ਹੈ, ਅੰਦਰ ਦੀ ਤਾਕਤ ਤਾਂ ਉਹੀ ਹੈ ਜਿਹੜੀ ਧੁਰੋਂ ਆਈ ਹੈ। ਇਸ ਤਰ੍ਹਾਂ ਇੱਕ ਘੜੀਆਂ ਤੀਕਰ ਖਲੋ ਕੇ ਨਾ ਫਕੀਰ ਮਹਾਰਾਜ ਦੇ ਸਾਹਮਣੇ ਬੇਨਤੀਆਂ ਕਰਦਾ ਰਿਹਾ, ਅਰਦਾਸਾਂ ਕਰਦਾ ਰਿਹਾ। ਫਿਰ 2 ਮਿੱਟੀ ਦੀਆਂ ਘੜੀਆਂ ਜਿਹੜੇ ਛੋਟੇ ਘੜੇ ਬਣੇ ਹੋਏ ਨਾਲ ਲੈ ਕੇ ਆਇਆ ਸੀ, ਕੁੱਜੇ, ਉਹ ਨਾਲ ਪਹਿਲਾਂ ਹੀ ਫਕੀਰ ਲੈ ਸੀ। ਉਸ ਵੇਲੇ 2 ਕੁੱਜੇ ਲੈ ਕਰਕੇ 2 ਘੜੀਆਂ ਲੈ ਕੇ ਉਹਨਾਂ ਦੇ ਵਿੱਚ ਮਿੱਠੀਆਂ ਮਠਿਆਈਆਂ ਪਕਵਾਨ ਪਾਏ ਹੋਏ ਹਨ। ਚਿੱਟੇ ਰੰਗ ਦੇ ਵਸਤਰਾਂ ਦੇ ਨਾਲ ਦੋਵਾਂ ਕੁੱਜੀਆਂ ਦੇ ਮੂੰਹ ਢੱਕੇ ਨੇ, ਬੰਨਿਆ ਹੋਇਆ ਹੈ ਉੱਤੋਂ ਢੱਕ ਕੇ। ਪ੍ਰਥਮ ਮਰੀਦ ਨਿਕਟ ਮੰਗਵਾਈ। ਆ ਜਿਹੜੇ 2 ਮਰੀਦ ਸਨ ਪਹਿਲਾਂ ਹੀ ਉਹਨਾਂ ਦੇ ਕੋਲੋਂ ਮੰਗਵਾ ਕੇ ਫਕੀਰ ਨੇ ਰੱਖੀਆਂ ਹੋਈਆਂ ਸਨ। ਉਹ ਹੁਣ ਦੋਵੇਂ ਕੁੱਜੀਆਂ ਲੈ ਕੇ ਆਪਣੇ ਹੱਥਾਂ ਦੇ ਵਿੱਚ ਚੁੱਕ ਲਈਆਂ ਭੀਖਮਸ਼ਾ ਫਕੀਰ ਨੇ। ਦੋਵੇਂ ਹੱਥ ਜੋੜੇ ਨੇ ਉਸ ਵੇਲੇ, ਦੁਆ ਕਰ ਪਰ ਦੋਨੋਂ ਸੋ ਧਰ ਕੇ ਆਪਣੇ ਦੋਵਾਂ ਹੱਥਾਂ ਤੇ, ਇੱਕ ਹੱਥ ਤੇ ਇੱਕ ਕੁੱਜੀ ਤੇ ਦੂਸਰੇ ਹੱਥ ਤੇ ਦੂਜੀ ਕੁੱਜੀ ਰੱਖ ਕੇ ਬਾਲ ਸਰੂਪ ਸਤਿਗੁਰਾਂ ਦੀ ਸੋਹਣੀ ਸਿਫਤ ਉਚਾਰਨ ਕੀਤੀ ਹੈ। ਚੰਗੀ ਤਰ੍ਹਾਂ ਬਣਾਇਆ, ਸਾਹ ਨੂੰ ਲੈ ਲੈ ਹੇਤ ਪਰ ਕਰਬੇ ਕਰ ਹੈ ਆਗਾ। ਸੋ ਉਸ ਵੇਲੇ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਸਤਿਗੁਰ ਕੀ ਸ਼ੁਭ ਸਿਫਤ ਉਚਰ ਕੇ ਹੇਤ ਪਰਖ ਬੈ ਹੋਇਆ ਕਰ ਆਗਾ। ਕਹਿੰਦੇ ਵੀ ਪਰਖਣ ਵਾਸਤੇ ਤੇ ਅੱਗੇ ਹੋਇਆ, ਨੇੜੇ ਹੋਇਆ ਏ। ਅਤ ਸਮੀਪ ਹਵੈਬੇ ਕਹੋ ਲਾਗਾ। ਅਤ ਸਮੀਪ ਹੋਇਆ ਬੇ ਕਹੋ ਲਾਗਾ। ਅਤਿਅੰਤੀ ਜਿੱਥੇ ਗੋਦ ਵਿੱਚ ਚੁੱਕਿਆ ਹੋਇਆ ਹੈ ਨਾ, ਮਾਮਾ ਕਿਰਪਾਲ ਚੰਦ ਜੀ ਨੇ ਪਲੰਘੇ ਤੇ ਬੈਠੇ ਨੇ, ਤੇ ਅੱਗੇ ਤਾਂ ਥੋੜਾ ਦੂਰੋਂ ਬੇਨਤੀਆਂ ਕਰ ਰਿਹਾ ਸੀ। ਆਪਣੇ ਦੋਵਾਂ ਹੱਥਾਂ ਤੇ ਦੋਵੇਂ ਕੁੱਜੇ ਰੱਖ ਕੇ ਫਕੀਰ ਭੀਖਮਸ਼ਾ ਬਿਲਕੁਲ ਨੇੜੇ ਹੋਣ ਲੱਗਾ। ਪ੍ਰਭੂ ਬਾਲ ਸਰੂਪ ਵਿੱਚ ਆਪਣੇ ਮਾਮਾ ਜੀ ਦੀ ਗੋਦ ਵਿੱਚ ਬਿਰਾਜ ਰਹੇ ਹਨ। ਸੁੰਦਰ ਦਰਸ਼ਨ ਮਦਨ ਮਿਅੰਕਾ। ਕਹਿੰਦੇ ਵੀ ਜਿਨ੍ਹਾਂ ਦੇ ਬੜੇ ਹੀ ਸੁੰਦਰ ਦਰਸ਼ਨ ਹਨ, ਪੂਰਨਮਾਸ਼ੀ ਦੇ ਚੰਦਰਮਾ ਦੇ ਪ੍ਰਕਾਸ਼ ਵਾਂਗ। ਸ਼ਾਮ ਬਿੰਦ ਜਨਨੀ ਸੁਭਲਾਇਬ। ਤੇ ਜਿਹੜਾ ਸੋਹਣਾ ਮੁਖਾਰ ਬਿੰਦ ਹੈ ਨਾ ਕਲਗੀਧਰ ਸਾਹਿਬ ਜੀ ਦਾ, ਬੜਾ ਸੁੰਦਰ ਹੈ ਚਿਹਰਾ। ਤੇ ਪਰ ਮਾਤਾਵਾਂ ਨੂੰ ਹੁੰਦਾ ਹੈ ਨਾ ਥੋੜਾ ਜਿਹਾ, ਉਹ ਕੀ ਕਰਦੀਆਂ, ਬੱਚਿਆਂ ਦੇ ਥੋੜਾ ਜਿਹਾ ਕਾਲਖ ਦਾ ਟਿੱਕਾ ਜਿਹਾ ਇੱਕ ਪਾਸੇ ਲਾ ਦਿੰਦੀਆਂ। ਤੇ ਗੁਰੂ ਕਲਗੀਧਰ ਮਹਾਰਾਜ ਦਾ ਜੋ ਸਰੂਪ ਹੈ ਬੜਾ ਸੋਹਣਾ ਹੈ, ਜਿਵੇਂ ਕਹਿੰਦੇ ਚੰਦਰਮਾ ਪ੍ਰਕਾਸ਼ ਰਿਹਾ ਹੋਵੇ। ਪਰ ਸ਼ਾਮ ਬਿੰਦ ਜਨਨੀ ਸ਼ੁਭ ਲਾਇਬ, ਜਿਵੇਂ ਚੰਦਰਮਾ ਜੋ ਕਹਿੰਦੇ ਕਾਲਾ ਜਿਹਾ ਦਾਗ ਦਿਖਦਾ, ਐਵੇਂ ਚੰਦਰਮਾ ਵਰਗੇ ਮੁਖ ਦੇ ਇੱਕ ਪਾਸੇ ਮਾਤਾ ਗੁਜਰੀ ਜੀ ਨੇ ਕਾਲਾ ਟਿੱਕਾ ਲਾਇਆ, ਜਿਹੜਾ ਬਹੁਤ ਹੀ ਸੋਹਣਾ ਲੱਗ ਰਿਹਾ ਚਿਹਰੇ ਤੇ। ਮਾਂ ਦਾ ਹਿਰਦਾ ਡਰਦਾ ਹੈ ਨਾ ਕਿਤੇ ਨਜ਼ਰ ਨਾ ਲੱਗ ਜਾਵੇ ਪੁੱਤ ਨੂੰ। ਇਸ ਕਰਕੇ ਮਨੋ ਸਭਿਓ ਮਨੋ ਸੁਲਛਣ ਚੰਦ ਸੁਹਾਵਾ, ਵੀ ਜਿਵੇਂ ਉਹ ਚੰਦਰਮਾ ਦੇ ਵਿੱਚ ਥੋੜਾ ਜਿਹਾ ਚਿੰਨ੍ਹ ਦਿਖਦਾ ਹੋਵੇ,
ਇਸੇ ਤਰ੍ਹਾਂ ਸੋਹਣੇ ਚੰਦਰਮਾ ਵਰਗੇ ਮੁਖ ਤੇ ਉਹ ਕਾਲਾ ਟਿੱਕਾ ਲਾਇਆ ਹੋਇਆ ਸ਼ੋਭਾ ਪਾ ਰਿਹਾ ਹੈ। ਦਾਸ ਚਕਰਨੋ ਗਨ ਰਖਾਵਾ। ਤੇ ਜਿਹੜੇ ਸੇਵਕ ਹਨ ਉਹ ਚਕੋਰਾਂ ਦੀ ਨਿਆਈ ਖੁਸ਼ ਹੋ ਰਹੇ ਨੇ ਦਰਸ਼ਨ ਕਰਕੇ, ਜਿਵੇਂ ਚੰਦ ਨੂੰ ਵੇਖ ਕੇ ਚਕੋਰ ਖੁਸ਼ ਹੁੰਦੀ ਹੈ। ਲਿਖ ਸਿਓ ਮਨ ਹੋ ਲਬ ਅਰਬਿੰਦ। ਜਾਂ ਕਵੀ ਜੀ ਕਹਿੰਦੇ ਮਹਾਰਾਜ ਦਾ ਚਿਹਰਾ ਇਸ ਤਰ੍ਹਾਂ ਖਿੜਿਆ ਹੋਇਆ ਹੈ ਜਿਵੇਂ ਛੋਟਾ ਕਮਲ ਦਾ ਫੁੱਲ ਖਿੜਿਆ ਹੋਵੇ ਕੋਈ। ਬੈਠਿਓ ਸੋਬਤ ਵਸਤ ਮਿਲਿੰਦ। ਤੇ ਕਾਲਾ ਜਿਹਾ ਟਿੱਕਾ ਇਸ ਤਰ੍ਹਾਂ ਵਿੱਚ ਪ੍ਰਤੀਤ ਹੋ ਰਿਹਾ ਜਿਵੇਂ ਕਮਲ ਦੇ ਫੁੱਲ ਤੇ ਕਾਲੇ ਭੌਰੇ ਆ ਕੇ ਸੁਗੰਧੀ ਲੈਣ ਲਈ ਬੈਠ ਜਾਂਦੇ ਹਨ। ਸੁਦਾ ਕੁੰਡ ਮੁਖ ਮੰਡਲ ਮਨੋ। ਸੁਦਾ ਕੁੰਡ ਮੁਖ ਮੰਡਲ ਮਨੋ, ਜਾਂ ਮੰਨ ਲਓ ਵੀ ਸਤਿਗੁਰਾਂ ਦਾ ਮੁਖਾਰ ਬਿੰਦ ਜਿਹੜਾ ਹੈ ਉਹ ਕਮਲ ਅੰਮ੍ਰਿਤ ਦਾ ਹੀ ਕੁੰਡ ਬਣਿਆ ਹੋਇਆ, ਅੰਮ੍ਰਿਤ ਦਾ ਹੀ ਝਰਣਾ ਹੈ। ਵਿਕਸਿਤ ਕਬ ਕਬ ਬੀਚੀ ਸੁਨੋ। ਤੇ ਜਦੋਂ ਮਹਾਰਾਜ ਕਦੀ ਕਦੀ ਆਪਣੇ ਮੁਖਾਰ ਬਿੰਦ ਤੋਂ ਮੁਸਕਰਾਉਂਦੇ ਹਨ, ਮਾਨੋ ਵੀ ਉਹ ਅੰਮ੍ਰਿਤ ਕੁੰਡ ਦੀਆਂ ਲਹਿਰਾਂ ਉੱਠਦੀਆਂ ਹਨ। ਜਿਉਂ ਜਿਉਂ ਸ਼ਾਹ ਭੀਖ ਮੁਖ ਬੋਲਾ ਹੈ। ਜਿਵੇਂ ਜਿਵੇਂ ਭੀਖਮ ਸ਼ਾਹ ਫਕੀਰ ਮੁਖੋਂ ਬੋਲਦਾ ਹੈ ਬੇਨਤੀ ਦੇ ਬਚਨ, ਏਕਤ ਹਸਤ ਤਿਉ ਤੋ ਤਨ ਡੋਲਾ ਹੈ। ਵੇ ਤਿਵੇਂ ਤਿਵੇਂ ਵੇਖ ਕੇ ਬਾਲ ਸਤਿਗੁਰੂ ਜੀ ਹੱਸਦੇ ਹਨ ਤੇ ਸਰੀਰ ਡੋਲਦਾ ਹੈ, ਲੱਤਾਂ ਚਲਾਉਂਦੇ ਨੇ, ਹੱਥ ਹਿਲਾਉਂਦੇ ਨੇ, ਹੋਰ ਕੋਈ ਨਹੀਂ ਸਮਝਦਾ। ਜਿਵੇਂ ਜਿਵੇਂ ਭੀਖਮ ਸ਼ਾਹ ਫਕੀਰ ਬੇਨਤੀਆਂ ਕਰਦਾ ਤਿਵੇਂ ਤਿਵੇਂ ਮਹਾਰਾਜ ਸਾਹਿਬ ਆਪਣੇ ਅੰਗਾਂ ਨੂੰ ਹਿਲਾਉਂਦੇ ਹਨ। ਹਾਥਨ ਚਰਨ ਸ਼ਰਾਬਤ ਡਾਰਤ। ਹਾਥਨ ਚਰਨ ਉਸ਼ਾਰਤ ਡਾਰਤ, ਹੱਥਾਂ ਨੂੰ ਵੀ ਉਛਾਲਦੇ ਨੇ ਤਾਂ ਨੂੰ, ਚਰਨਾਂ ਨੂੰ ਵੀ ਤਾਂ ਨੂੰ ਕਲਕਾਰੀਆਂ ਮਾਰ ਕੇ ਉਠਾਉਂਦੇ ਹਨ। ਕਾਬਜਨ ਪਰ ਉਤਪਲ ਦੁਤ ਵਾਰਤ। ਤੇ ਕਬਲਾਂ ਦੀ ਸ਼ੋਭਾ ਕੁਰਬਾਨ ਕਰਦਾ ਐਸੇ ਚਰਨਾਂ ਤੋਂ। ਭਾਈ ਸੰਤੋਖ ਸਿੰਘ ਕਹਿੰਦੇ ਮੈਂ ਦਾਸ ਕਵੀ ਗੁਰੂ ਮਹਾਰਾਜ ਸਾਹਿਬ ਦੇ ਐਸੇ ਚਰਨਾਂ ਤੋਂ ਕਹਿੰਦੇ ਕਮਲਾਂ ਦੀ ਵੀ ਸੁੰਦਰਤਾ ਕੁਰਬਾਨ ਕਰਦਾ। ਵੀ ਕਮਲਾਂ ਦੀ ਵੀ ਕੀ ਸੁੰਦਰਤਾ, ਮਹਾਰਾਜ ਸਾਹਿਬ ਜਦੋਂ ਆਪਣੇ ਛੋਟੇ ਚਰਨ ਹੱਥ ਹਿਲਾਉਂਦੇ ਹਨ ਉਸ ਸਰੂਪ ਤੋਂ ਬਿਲਹਾਰ ਜਾਣਾ ਹਾਂ। ਹਾਟਕ ਕਟਕ ਜਟੇ ਵਿੱਚ ਹੀਰੇ। ਤੇ ਹੱਥਾਂ ਦੇ ਵਿੱਚ ਸੋਨੇ ਦੇ ਕੜੇ ਹਨ ਜਿਨ੍ਹਾਂ ਦੇ ਵਿੱਚ ਹੀਰੇ ਜੜੇ ਹੋਏ ਪਾਏ ਨੇ ਬਾਲਾ ਪ੍ਰੀਤਮ ਨੂੰ। ਲਾਗਿਆ ਗੋਰੀ ਲਗੂ ਜੰਜੀਰੇ। ਉਂਗਲੀਆਂ ਤੀਕਰ ਕਹਿੰਦੇ ਸੋਹਣੀਆਂ ਜੰਜੀਰੀਆਂ ਲੱਗੀਆਂ ਹੋਈਆਂ ਹਨ। ਜਟੇ ਮੁੰਦਰੀ ਸੁੰਦਰ ਸੰਗ। ਬੜੀ ਸੋਹਣੀ ਹੀਰਿਆਂ ਦੀ ਜੜਤ ਮੁੰਦਰੀ ਪਾਈ ਹੋਈ ਹੈ। ਚੁਗਲੀ ਚੀਨ ਪੀਤ ਸੁਬਰੰਗ। ਤੇ ਬੜੀ ਹੀ ਪਤਲੀ ਸੂਖਮ ਕੱਪੜੇ ਦੀ ਬਹੁਤ ਹੀ, ਜਿਹਦੇ ਵਿੱਚ ਸਰੀਰ ਦੇ ਅੰਗ ਦਿਖਦੇ, ਇਹਨਾਂ ਸੂਖਮ ਬਰੀਕ ਸੂਤ ਦਾ ਕਹਿੰਦੇ ਵੀ ਅੰਗ ਦੇ ਉੱਤੇ ਪੀਲੇ ਰੰਗ ਦਾ ਵਸਤਰ ਪਹਿਨਿਆ ਹੋਇਆ ਹੈ। ਲੋਚਨ ਪੁੱਤਰੇ ਤੁਤ ਫੇਰਤ। ਅੱਖਾਂ ਦੀਆਂ ਜਿਹੜੀਆਂ ਪੁਤਲੀਆਂ ਇੱਧਰ ਉੱਧਰ ਨੂੰ ਮਹਾਰਾਜ ਸਾਹਿਬ ਜੀ ਫੇਰਦੇ ਹਨ। ਕਰਤ ਕਿਰਤਾਰਤ ਸੰਗ ਹੇਰਤ। ਬੱਚੇ ਰੌਲਾ ਪਾਉਂਦੇ ਤੁਹਾਨੂੰ ਦਿਖਦੇ ਨੇ ਯਾਰ। ਕਰਤ ਕਿਰਤਾਰਤ ਸੰਗਤ ਹੇਰਤ। ਸੋ ਇਸ ਪ੍ਰਕਾਰ ਦੇ ਨਾਲ ਜਦੋਂ ਨੇਤਰ ਆਪਣੇ ਇੱਧਰ ਉੱਧਰ ਨੂੰ ਮਹਾਰਾਜ ਸਾਹਿਬ ਜੀ ਹਿਲਾਉਂਦੇ ਹਨ, ਕਰਤ ਕਰਤਾਰਤ ਸੰਗਤ ਹੇਰਤ, ਸੰਗਤ ਨੂੰ ਵੇਖ ਕੇ ਹੀ ਨਿਹਾਲ ਕਰੀ ਜਾ ਰਹੇ ਨੇ। ਆਇਤ ਪਾਲ ਕੇਸ ਬਰ ਛੋਟੇ। ਆਯੁਤ ਭਾਲ ਕੇਸ ਬਰ ਛੋਟੇ, ਜੋ ਮੱਥਾ ਮਹਾਰਾਜ ਸਾਹਿਬ ਜੀ ਦਾ ਚੌੜਾ ਹੈ, ਛਾਤੀ ਚੌੜੀ ਹੈ, ਕੇਸ ਬਰ ਛੋਟੇ ਤੇ ਕੇਸ ਛੋਟੇ ਹਨ। ਸਿਰ ਪਰ ਬਸਤਰ ਦਮਕ ਤੇ ਗੋਟੇ। ਤੇ ਸਿਰ ਦੇ ਉੱਤੇ ਵੀ ਬਸਤਰ ਗੋਟੇ ਵਾਲਾ ਸੋਹਣਾ, ਜੋ ਮਾਤਾ ਜੀ ਨੇ ਸਿਰ ਢੱਕਣ ਦੇ ਵਾਸਤੇ ਸਿਰ ਤੇ ਬਸਤਰ ਪਹਿਨਾਇਆ ਹੋਇਆ, ਗੋਟਾ ਲੱਗਾ ਚਮਕਦਾ ਏ। ਸੰਗਤ ਚੌਦਿਸ ਜੋਰਤ ਹਾਥ। ਚਾਰ ਸਫੇਰੇ ਹੱਥ ਜੋੜ ਕੇ ਸੰਗਤਾਂ ਖਲੋਤੀਆਂ ਹੋਈਆਂ ਹਨ ਦਰਸ਼ਨ ਕਰਨ। ਦਰਸ਼ਤ ਖਰੇ ਅਲਪ ਗੁਰਨਾਥ। ਆ ਛੋਟੇ ਸਰੂਪ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਨੇ। ਸ਼ਾਹ ਭੀਖ ਕਟਕਾ ਜਬ ਦੋਨੋ। ਸੋ ਇਸ ਤਰ੍ਹਾਂ ਜਿਹੜਾ ਭੀਖਮ ਸ਼ਾਹ ਫਕੀਰ ਹੈ, ਜਦੋਂ ਦੋਵੇਂ ਉਹਨੇ ਘੜੇ ਕੁੱਜੇ ਹੱਥ ਵਿੱਚ ਲਏ, ਕਰੀ ਸੰਦੀਪ ਹੋਏ ਕਰ ਨਮ। ਮਹਾਰਾਜ ਨੂੰ ਨਮਸਕਾਰ ਕਰਕੇ ਤੇ ਉਹ ਦੋਵੇਂ ਕੁੱਜੇ ਜਿਹੜੇ ਹਨ ਉਹ ਫਕੀਰ ਨੇ ਸਤਿਗੁਰੂ ਮਹਾਰਾਜ ਦੇ ਨੇੜੇ ਕੀਤੇ ਨੇ। ਵੀ ਮਨ ਵਿੱਚ ਇਹ ਖਾਹਿਸ਼ ਰੱਖੀ ਹੈ ਵੀ ਮਹਾਰਾਜ ਜੇ ਤੁਸੀਂ ਇਕੱਲੇ ਹਿੰਦੂਆਂ ਦੀ ਰੱਖਿਆ ਕਰੋਗੇ ਜਾਂ ਮੁਸਲਮਾਨਾਂ ਦੀ ਵੀ ਕਰੋਗੇ, ਤੇ ਹੋਰ ਜੋ ਮਨ ਦੀ ਖਾਹਿਸ਼ ਸੀ ਵੀ ਆਪਣਾ ਜੇ ਪੰਥ ਪ੍ਰਗਟ ਕਰੋਗੇ ਤੇ ਤਾਂ ਸਾਨੂੰ ਆਪਣੇ ਨਾਲ ਲਾ ਕੇ ਰੱਖੋਗੇ। ਤਾਂ ਜਿਵੇਂ ਗੁਰੂ ਕਲਗੀਧਰ ਮਹਾਰਾਜ ਨੇ ਬਾਲ ਸਰੂਪ ਦੇ ਵਿੱਚ ਉਹ ਖੇਡ ਕੀਤੀ, ਜੋ ਕੁੱਦੀਆਂ ਦੇ ਉੱਤੇ ਹੱਥ ਰੱਖ ਕੇ ਭਾਰ ਪਾ ਕੇ ਜੋ ਵੀ ਜਣਾਇਆ ਕੌਤਕ, ਇਹ ਕੌਤਕ ਸਾਧ ਸੰਗਤ ਜਿਵੇਂ ਹੋਇਆ, ਇਹ ਸਾਖੀ ਆਪਾਂ ਕੱਲ ਸਰਵਣ ਕਰਾਂਗੇ, ਸਮੇਂ ਦੀ ਸਮਾਪਤੀ ਹੈ। ਇਵੇਂ ਭੀਖਮ ਸ਼ਾਹ ਫਕੀਰ ਨੇ ਆਪਣਾ ਦ੍ਰਿੜ ਤੇ ਅੜੋਲ ਨਿਸ਼ਚਾ ਰੱਖਿਆ ਕਿ ਦਰਸ਼ਨ ਕਰਕੇ ਜਾਣਾ, ਤੇ ਇਸ ਦਾ ਸਦਕਾ ਇਹਨੂੰ ਤਾਂ ਦਰਸ਼ਨ ਹੋਏ ਫਕੀਰ ਸਾਈਂ ਨੂੰ,
ਪਟਨੇ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਨੇ ਵੀ ਬਾਲ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਪ੍ਰਾਪਤ ਕੀਤੇ ਹਨ। ਜਿਵੇਂ ਸੰਗਤਾਂ ਵੀ ਇਸ ਫਕੀਰ ਦਾ ਸ਼ੁਕਰਾਨਾ ਕਰਦੀਆਂ ਜਾਣਗੀਆਂ ਵੀ ਇਹ ਫਕੀਰ ਕਰਕੇ ਦਰਸ਼ਨ ਹੋਏ ਨੇ। ਇਹ ਦਰਸ਼ਨ ਕਰਕੇ ਵਾਪਸ ਮਹਾਰਾਜ ਸਾਹਿਬ ਜੀ ਦੇ ਆਪਣੇ ਦੇਸ਼ ਨੂੰ ਆਉਂਦਾ ਹੈ। ਜਿਵੇਂ ਸਤਿਗੁਰੂ ਜੀ ਬਾਲ ਅਵਸਥਾ ਦੇ ਕੌਤਕ ਕਰਦੇ ਨੇ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਇਹ ਸਾਖੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਦੇਣੀ। ਮਹਾਰਾਜ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਸਾਹਿਬ ਭੀਖ ਕਟਕਾ ਜਬ ਦੋਨੋ ਕਰੀ ਸਮੀਪ ਹੋਏ ਕਰ ਨਮੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।